ਸਾਨੂੰ 7:30 ਵਜੇ ਤੱਕ ਸਤਿਕਾਰਯੋਗ ਗਿਆਨੀ ਸੁਖਜੀਤ ਸਿੰਘ ਕਨ੍ਹਈਆ ਬੁੱਢਾ ਦਲ ਦੇ ਮੁੱਖ ਪ੍ਰਚਾਰਕ ਆਪ ਸੰਗਤਾਂ ਨੂੰ ਬੜੇ ਪਿਆਰ ਨਾਲ ਗੁਰ ਇਤਿਹਾਸ ਦੁਆਰਾ ਜੋੜਨਗੇ। ਸਮੂਹ ਸੰਗਤਾਂ ਗਿਆਨ ਜੀ ਪਾਸੋਂ ਗੁਰ ਇਤਿਹਾਸ ਸਰਵਣ ਕਰਕੇ ਸਤਿਗੁਰੂ ਦੇ ਚਰਨਾਂ ਵਿੱਚ ਹਾਜ਼ਰੀ ਲਵਾ ਕੇ ਆਪਣਾ ਜਨਮ ਸਫਲਾ ਕਰੋ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ ਵਾਹਿਗੁਰੂ ਸਾਹਿਬ ਜੀ। ਗੁਰੂ ਨਾਨਕ ਪਾਦ ਪੰਕਜ ਬੰਦਨ, ਪਾਦ ਪੰਕਜ ਬੰਦਨ। ਸਿਮਰੋ ਅੰਗਦ ਦੁਖ ਨਿਕੰਦਨ, ਅਮਰਦਾਸ ਹਿਰਦੈ ਨਿਤ ਧਿਆਵੋ, ਹਿਰਦੈ ਨਿਤ ਧਿਆਵੋ। ਸ਼੍ਰੀ ਗੁਰੂ ਰਾਮਦਾਸ ਗੁਣ ਗਾਵੋ, ਸ਼੍ਰੀ ਅਰਜਨ ਬਿਘਨਨ ਕੇ ਨਾਸਕ, ਬਿਘਨਨ ਕੇ ਨਾਸਕ। ਹਰ ਗੋਬਿੰਦ ਸ਼ੁਭ ਸੁਮਤਿ ਪ੍ਰਕਾਸ਼ਕ, ਸ਼੍ਰੀ ਹਰਿ ਰਾਇ ਨਮੋ ਕਰ ਜੋਰੀ, ਨਮੋ ਕਰ ਜੋਰੀ। ਸ਼੍ਰੀ ਹਰਿ ਕ੍ਰਿਸ਼ਨ ਮਨਾਉ ਬਹੋਰੀ, ਤੇਗ ਬਹਾਦਰ ਪਰਮ ਕਿਰਪਾਲਾ, ਸਤਿਗੁਰ ਪਰਮ ਕਿਰਪਾਲਾ। ਸ਼੍ਰੀ ਗੁਰੂ ਗੋਬਿੰਦ ਸਿੰਘ ਬਿਸਾਲਾ, ਤਰੋਂ ਤਰਾ ਪਰ ਪੁੰਨ ਪੁੰਨ ਸੀਸਾ, ਵਾਹਿਗੁਰੂ ਪੁੰਨ ਪੁੰਨ ਸੀਸਾ। ਬੰਦੋ ਬਾਰ ਬਾਰ ਜਗਦੀਸਾ, ਜਿਸ ਮਹਿ ਅੰਮ੍ਰਿਤ ਗਿਆਨ ਹੈ ਮਾਨਕ ਭਗਤ ਵੈਰਾਗ। ਸ਼੍ਰੀ ਗੁਰੂ ਗ੍ਰੰਥ ਸਾਹਿਬ ਉਦਦ ਬੰਦੋ ਕਰ ਅਨੁਰਾਗ। ਕਹਾਂ ਬੁੱਧ ਪ੍ਰਭ ਤੁਛ ਹਮਾਰੀ, ਵਰਨ ਸਕੈ ਮਹਿਮਾ ਜੋ ਤਿਹਾਰੀ। ਹਮ ਨਾ ਸਕਤ ਕਰ ਸਿਫਤ ਤੁਮਾਰੀ, ਆਪ ਲਿਹੋ ਤੁਮ ਕਥਾ ਸੁਧਾਰੀ। ਏਕ ਓੰਕਾਰਾ ਸਤਿਗੁਰੂ ਤਿਹ ਪ੍ਰਸਾਦ ਸਚ ਹੋਏ। ਵਾਹਿਗੁਰੂ ਜੀ ਕੀ ਫਤਿਹ ਹੈ, ਵਿਘਨ ਵਿਨਾਸ਼ਨ ਸੋਏ। ਏਕ ਓੰਕਾਰਾ ਸਤਿਗੁਰੂ ਤਿਹ ਪ੍ਰਸਾਦ ਸਚ ਹੋਏ। ਵਾਹਿਗੁਰੂ ਜੀ ਕੀ ਫਤਿਹ ਹੈ, ਵਿਘਨ ਵਿਨਾਸ਼ਨ ਸੋਏ। ਸਤਨਾਮ ਸ਼੍ਰੀ ਵਾਹਿਗੁਰੂ ਸਾਹਿਬ ਜੀ। ਦੋਹਰਾ ਤਬ ਨਵਾਬ ਐਸੇ ਕਹਿਓ, या को लेहो तार। या के बेटे को टंग्यो, याहू को जो दिखार। तब नवाब ऐसे कहयो, या को लेहो तार। या के बेटे को टंग्यो, याहू को जो दिखार। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਧੰਨ ਸਤਿਗੁਰੂ ਗੁਰੂ ਗ੍ਰੰਥ ਸਾਹਿਬ ਦੀ ਪਾਵਨ ਹਜ਼ੂਰੀ ਅੰਦਰ ਜੁੜ ਬੈਠੇ ਗੁਰੂ ਸਰੂਪ ਗੁਰੂ ਖਾਲਸਾ ਸਾਧ ਸੰਗਤ ਜੀ, ਸਤਿਗੁਰੂ ਦੀ ਕਿਰਪਾ ਸਦਕਾ ਇਤਿਹਾਸ ਦੀ ਲੜੀਵਾਰ ਕਥਾ 'ਚ ਹਾਜ਼ਰੀ ਭਰਨ ਲਈ ਸਮਾਂ ਪ੍ਰਾਪਤ ਹੋਇਆ। ਬੀਤੇ ਦਿਨੀ ਆਪ ਜੀ ਨੇ ਸਰਵਣ ਕੀਤਾ ਕਿ ਜਦੋਂ ਲਾਹੌਰ ਦੇ ਨਵਾਬ ਖਾਨ ਬਹਾਦਰ ਨੇ ਭਾਈ ਸਾਹਿਬ ਭਾਈ ਸੁਬੇਗ ਸਿੰਘ, ਭਾਈ ਸ਼ਹਿਬਾਜ਼ ਸਿੰਘ, ਉਹਨਾਂ ਨੂੰ ਗ੍ਰਿਫਤਾਰ ਕੀਤਾ ਤੇ ਚਰਖੜੀ ਤੇ ਚਾੜਨ ਦਾ ਫਤਵਾ ਜਾਰੀ ਕਰ ਦਿੱਤਾ। ਜਿਨ੍ਹਾਂ ਪ੍ਰਥਾਏ ਆਪਾਂ ਅਰਦਾਸ ਵਿੱਚ ਰੋਜ਼ਾਨਾ ਪੜ੍ਹਦੇ ਹਾਂ, ਜਿਨ੍ਹਾਂ ਸਿੰਘਾਂ ਸਿੰਘਣੀਆਂ ਨੇ ਧਰਮ ਹੇਤ ਸੀਸ ਦਿੱਤੇ, ਬੰਦ ਕਟਵਾਏ, ਖੋਪੜੀਆਂ ਲੁਹਾਈਆਂ, ਚਰਖੜੀਆਂ ਤੇ ਚੜੇ, ਉਹ ਧੰਨ ਭਾਈ ਸੁਬੇਗ ਸਿੰਘ, ਭਾਈ ਸ਼ਹਿਬਾਜ਼ ਸਿੰਘ
ਜਿਨ੍ਹਾਂ ਨੂੰ ਚਰਖੜੀ ਤੇ ਚਾੜਨ ਦਾ ਫਤਵਾ ਦੇ ਦਿੱਤਾ, ਪਰ ਫਿਰ ਵੀ ਖਾਲਸਾ ਜੀ ਮੁਖ ਦੇ ਵਿੱਚੋਂ ਵਾਹਿਗੁਰੂ ਗੁਰਮੰਤਰ ਬੰਦ ਨਹੀਂ ਹੋਇਆ। ਜਿੰਨੇ ਤੇਜ ਗੇੜੇ ਚਰਖੜੀ ਦੇ ਹੋ ਰਹੇ ਸਨ, ਓਨੀ ਤੇਜ਼ੀ ਦੇ ਨਾਲ ਆਵਾਜ਼ ਮੂੰਹ ਦੇ ਵਿੱਚੋਂ ਆ ਰਹੀ ਸੀ, ਵਾਹਿਗੁਰੂ ਧੰਨ ਵਾਹਿਗੁਰੂ। ਜਦੋਂ ਆਵਾਜ਼ ਵਾਹਿਗੁਰੂ ਗੁਰਮੰਤਰ ਦੀ ਬੰਦ ਨਾ ਹੋਈ, ਖਾਨ ਜਿਹੜਾ ਸੀਗਾ, ਨਵਾਬ ਸੀਗਾ ਲਾਹੌਰ ਦਾ, ਉਹਨੇ ਫਿਰ ਅਗਾਂਹ ਹੋਰ ਦੁੱਖ ਦੇਣ ਦੇ ਲਈ ਜੋ ਹੁਕਮ ਕੀਤਾ, ਉਹ ਆਪਾਂ ਅੱਜ ਸਰਵਣ ਕਰਾਂਗੇ। ਆਓ ਸਭ ਤੋਂ ਪਹਿਲਾਂ ਦੋਵੇਂ ਹੱਥ ਜੋੜ ਕੇ ਸਤਿਗੁਰਾਂ ਨੂੰ ਸੀਸ ਝੁਕਾ ਕੇ ਪਿਆਰ ਸਹਿਤ ਉਚਾਰਨ ਕਰੀਏ। ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ, ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਦੋਹਰਾ ਤਬ ਨਵਾਬ ਐਸੇ ਕਹਿਓ, ਯਾ ਕੋ ਲਿਓ ਉਤਾਰ। ਖਾਲਸਾ ਜੀ ਚਰਖੜੀ ਦੇ ਉੱਤੇ ਭਾਈ ਸੁਬੇਗ ਸਿੰਘ, ਭਾਈ ਸ਼ਹਿਬਾਜ਼ ਸਿੰਘ ਜੀ ਨੂੰ ਪੁੱਠਾ ਲਮਕਾਇਆ ਹੋਇਆ। ਜਦੋਂ ਚਰਖੜੀ ਦਾ ਇੱਕ ਗੇੜਾ ਆਉਂਦਾ, ਲੋਹੇ ਦੇ 100 ਤੋਂ ਵੱਧ ਸੂਏ ਸਰੀਰ ਵਿੱਚ ਖੁੱਭਦੇ ਨੇ, ਸਰੀਰ ਚੋਂ ਖੂਨ ਬਾਹਰ ਆਉਂਦਾ ਹੈ, ਜ਼ਖਮ ਹੁੰਦੇ ਨੇ। ਉਹਨਾਂ ਜ਼ਖਮਾਂ ਦੇ ਉੱਤੇ ਪਾਪੀ ਨਮਕ ਛਿੜਕਦੇ ਨੇ। ਅਤੇ ਕਹਿੰਦੇ ਜਦੋਂ ਗੇੜਾ ਹੁੰਦਾ ਹੈ ਨਾ, ਕਹਿੰਦੇ ਪਹਿਲਾਂ ਭਾਈ ਸੁਬੇਗ ਸਿੰਘ ਦਾ ਸਰੀਰ ਉੱਤੇ ਹੁੰਦਾ ਚਰਖੜੀ ਦੇ, ਭਾਈ ਸ਼ਹਿਬਾਜ਼ ਸਿੰਘ ਦਾ ਸਰੀਰ ਨੀਚੇ ਹੁੰਦਾ ਹੈ। ਭਾਈ ਸੁਬੇਗ ਸਿੰਘ ਜੋ ਸ਼ਹਿਬਾਜ਼ ਸਿੰਘ ਦੇ ਪਿਤਾ ਨੇ, ਕਹਿੰਦੇ ਭਾਈ ਸੁਬੇਗ ਸਿੰਘ ਦੇ ਸਰੀਰ ਦਾ ਖੂਨ ਸਾਰੀ ਚਰਖੜੀ ਦੇ ਉੱਤੇ ਜਦੋਂ ਗਿਰਦਾ ਹੈ, ਤੇ ਕਹਿੰਦੇ ਉਸ ਤੋਂ ਬਾਅਦ ਭਾਈ ਸ਼ਹਿਬਾਜ਼ ਸਿੰਘ ਦੇ ਸਰੀਰ ਨੂੰ ਜਾ ਕੇ ਛੂੰਹਦਾ। ਉਸ ਤੋਂ ਬਾਅਦ ਦੂਸਰਾ ਗੇੜਾ ਜਦੋਂ ਆਉਂਦਾ ਹੈ, ਭਾਈ ਸ਼ਹਿਬਾਜ਼ ਸਿੰਘ ਦਾ ਸਰੀਰ ਉੱਪਰ ਹੁੰਦਾ ਤੇ ਭਾਈ ਸੁਬੇਗ ਸਿੰਘ ਦਾ ਸਰੀਰ ਹੇਠਾਂ ਹੁੰਦਾ ਹੈ। ਕਹਿੰਦੇ ਪਹਿਲਾਂ ਪਿਤਾ ਦਾ ਖੂਨ ਪੁੱਤਰ ਦੇ ਮੂੰਹ ਨੂੰ ਜਾ ਕੇ ਲੱਗਦਾ ਹੈ। ਹੁਣ ਖਾਲਸਾ ਜੀ 18 ਸਾਲ ਦੇ ਪੁੱਤਰ ਦਾ ਖੂਨ ਉਹ ਪਿਤਾ ਦੇ ਸਰੀਰ ਨੂੰ ਜਾ ਕੇ ਛੂੰਹਦਾ ਹੈ, ਪਰ ਫਿਰ ਵੀ ਉਹ ਗੁਰੂ ਕੇ ਸਿੱਖ ਵਾਹਿਗੁਰੂ ਗੁਰਮੰਤਰ ਦੀ ਆਵਾਜ਼ ਬੰਦ ਨਹੀਂ ਕਰਦੇ। ਤੇ ਹੁਣ ਜਿਹੜਾ ਨਵਾਬ ਹੈ, ਉਹ ਕਹਿੰਦਾ ਇਹ ਡੋਲਦੇ ਨਹੀਂ, ਇਹ ਸੁਬੇਗ ਸਿੰਘ ਡੋਲ ਨਹੀਂ ਰਿਹਾ, ਇਹ ਦੀਨੇ ਮਜਬ ਕਬੂਲ ਨਹੀਂ ਕਰ ਰਿਹਾ, ਇਸ ਕਰਕੇ ਇਹਨੂੰ ਚਰਖੜੀ ਤੋਂ ਉਤਾਰ ਦੋ। ਯਾ ਕੇ ਬੇਟੇ ਕੋ ਟੰਗਿਓ, ਯਾਹੂ ਕੋ ਜੋ ਦਿਖਾਰ। ਤੇ ਇਹਦੇ ਪੁੱਤਰ ਦੀਆਂ ਲੱਤਾਂ ਉਸੇ ਤਰ੍ਹਾਂ ਬੰਨ ਕੇ ਰੱਖੋ, ਇਹਦੇ ਪੁੱਤਰ ਨੂੰ ਸ਼ਹਿਬਾਜ਼ ਸਿੰਘ ਨੂੰ ਉਸੇ ਤਰ੍ਹਾਂ ਲਮਕਾ ਕੇ ਰੱਖੋ। ਸੁਬੇਗ ਸਿੰਘ ਨੂੰ ਉਤਾਰ ਦਿਓ। ਜਦੋਂ ਇਹਦੀਆਂ ਅੱਖਾਂ ਸਾਹਮਣੇ ਇਹਦੇ ਪੁੱਤਰ ਨੂੰ ਬਾਰ-ਬਾਰ ਚਰਖੜੀ ਤੇ ਗੇੜੇ ਘੁਮਾਵਾਂਗੇ, ਇਹਦੇ ਪੁੱਤਰ ਦੇ ਸਰੀਰ ਵਿੱਚ ਲੋਹੇ ਦੀਆਂ ਸੂਲਾਂ ਵੱਜਣਗੀਆਂ, ਖੂਨ ਨਿਕਲੇਗਾ, ਇਹਦਾ ਪੁੱਤਰ ਰੋਏਗਾ। ਇਹ ਫਿਰ ਡਰ ਕੇ ਆਪਣੇ ਪੁੱਤਰ ਦੀ ਜਾਨ ਦੀ ਭੀਖ ਮੰਗੇਗਾ। ਨਵਾਬ ਨੂੰ ਲੱਗਦਾ ਸੀ ਸ਼ਾਇਦ ਅੱਖਾਂ ਨਾਲ ਜਦੋਂ ਪੁੱਤਰ ਨੂੰ ਚਰਖੜੀ ਤੇ ਘੁੰਮਦਿਆਂ ਵੇਖੇਗਾ ਡੋਲ ਜਾਵੇਗਾ, ਪਰ ਉਹ ਧੰਨ ਗੁਰੂ ਕੇ ਸਿੱਖ ਤੇ ਧੰਨ ਉਹਨਾਂ ਦੀ ਸਿੱਖੀ ਭਾਈ ਸੁਬੇਗ ਸਿੰਘ ਫਿਰ ਵੀ ਨਹੀਂ ਡੋਲੇ। ਸੋ ਕਹਿੰਦਾ ਭਾਈ ਸੁਬੇਗ ਸਿੰਘ ਨੂੰ ਉਤਾਰੋ ਤੇ ਇਹਦੇ ਪੁੱਤਰ ਨੂੰ ਉਸੇ ਤਰ੍ਹਾਂ ਚਰਖੜੀ ਤੇ ਲਮਕਾ ਕੇ ਰੱਖੋ। ਚਾਉ ਭਾਈ ਤਬ ਚੰਡਾਲਨ ਵੈਸੇ ਕੀਨਾ। ਹੁਣ ਜਿਹੜੇ ਚੰਡਾਲ ਸੀ ਖਾਲਸਾ ਜੀ, ਉਹਨਾਂ ਨੇ ਨਵਾਬ ਦਾ ਹੁਕਮ ਮੰਨਦੇ ਹੋਏ ਉਸੇ ਤਰ੍ਹਾਂ ਕੀਤਾ। ਬਾਂਧ ਟਾਂਗ ਉਲਟੋ ਕਰ ਦੀਨਾ। ਭਾਈ ਸ਼ਹਿਬਾਜ਼ ਸਿੰਘ ਨੂੰ ਉਸੇ ਤਰ੍ਹਾਂ ਲੱਤਾਂ ਤੋਂ ਪੁੱਠਾ ਕਰਕੇ ਚਰਖੜੀ ਤੇ ਬੰਨ ਦਿੱਤਾ। ਝਾੜ ਚਰਖੜੀ ਬਹੁਤ ਘੁਮਾਇਆ, ਤੇ ਚਰਖੜੀ ਦੇ ਗੇੜੇ ਤੇਜ਼ ਕਰ ਦਿੱਤੇ। ਭਾਈ ਸ਼ਹਿਬਾਜ਼ ਸਿੰਘ ਨੂੰ ਚਰਖੜੀ ਤੇ ਬੰਨ ਕੇ ਬਾਰ-ਬਾਰ ਗੇੜੇ ਦਿੰਦੇ ਨੇ। ਸੁਬੇਗ ਸਿੰਘ ਕੋ ਨੈਣ ਦਿਖਾਇਆ। ਤੇ ਜਿਹੜਾ ਭਾਈ ਸੁਬੇਗ ਸਿੰਘ ਹੈ, ਉਹਨੂੰ ਵਿਖਾਉਂਦੇ ਨੇ ਕਿ ਸੁਬੇਗ ਸਿਆ ਆ ਵੇਖ, ਤੇਰੇ 18 ਸਾਲ ਦੇ ਪੁੱਤਰ ਦਾ ਕੀ ਹਾਲ ਕੀਤਾ ਜਾ ਰਿਹਾ ਹੈ। ਸੁਬੇਗ ਸਿੰਘ ਤਬ ਐਸੇ ਕਹੈ। ਜਦੋਂ 18 ਸਾਲ ਦੇ ਪੁੱਤਰ ਨੂੰ ਲਹੂ ਲੁਹਾਨ ਹੁੰਦਿਆਂ ਵੇਖਿਆ, ਖਾਲਸਾ ਜੀ ਅੱਜ ਆਪਣੇ ਆਪ ਸਾਰੇ ਬੱਚਿਆਂ ਵਾਲਿਓ, ਕਿਸੇ ਦੇ ਬੱਚੇ ਦੇ ਹੱਥ ਦੇ ਵਿੱਚ ਸੂਈ ਖੁੱਭ ਜਾਵੇ, ਮਾਤਾ ਪਿਤਾ ਨੂੰ ਰਾਤ ਨੀਂਦ ਨਹੀਂ ਆਉਂਦੀ, ਪਰ ਉਹ ਧੰਨ ਗੁਰੂ ਕੇ ਸਿੱਖ ਭਾਈ ਸੁਬੇਗ ਸਿੰਘ ਦੇ ਸਾਹਮਣੇ ਪੁੱਤਰ ਚਰਖੜੀ ਤੇ ਗੇੜੇ ਖਾ ਰਿਹਾ, ਸਰੀਰ ਵਿੱਚੋਂ ਲਹੂ ਵਗ ਰਿਹਾ। ਉਦੋਂ ਭਾਈ ਸੁਬੇਗ ਸਿੰਘ ਕੀ ਕਹਿੰਦੇ, ਜਰਾ ਧਿਆਨ ਨਾਲ ਸੁਣੋ। ਧੰਨ ਧੰਨ ਪੁੱਤਰ ਧੰਨ ਦਿਨ ਯਹ। ਭਾਈ ਸੁਬੇਗ ਸਿੰਘ ਕਹਿੰਦੇ, ਸ਼ਹਿਬਾਜ਼ ਸਿਆ ਸ਼ਾਬਾਸ਼ ਏ ਤੇਰੇ, ਪੁੱਤਰਾ ਤੂੰ ਧੰਨ ਹੈ, ਆ ਦਿਨ ਵੀ ਧੰਨ ਹੈ, ਕਿਉਂਕਿ ਅੱਜ ਸਿੱਖੀ ਸਿਦਕ ਨਿਭਾਉਣ ਦਾ ਦਿਨ ਆ ਗਿਆ।
ਅੱਜ ਪਤਾ ਲੱਗੇਗਾ ਸ਼ਹਿਬਾਜ਼ ਸਿਆਂ ਸਿੱਖੀ ਨਾਲ ਪਿਆਰ ਕਿੰਨਾ ਹੈ, ਸਿੱਖੀ ਕੇਸਾਂ ਸਵਾਸਾਂ ਸੰਗ ਕਿੱਦਾਂ ਨਿਭਾਈ ਦੀ ਹੈ। ਭਾਈ ਸੁਬੇਗ ਸਿੰਘ ਕਹਿੰਦੇ ਪੁੱਤਰਾ ਧੰਨ ਹੈ, ਚਰਖੜੀ ਦੇ ਗੇੜੇ ਖਾ ਕੇ ਵੀ ਡੋਲ ਨਹੀਂ ਰਿਹਾ। ਸੋ ਧੰਨ ਪੁਰਖ ਜੋ ਧਰਮ ਨਿਭਾਹੈ। ਭਾਈ ਸੁਬੇਗ ਸਿੰਘ ਕਹਿੰਦੇ ਉਹ ਬੰਦਾ, ਉਹ ਪੁਰਸ਼ ਧੰਨ ਹੁੰਦਾ ਹੈ ਜਿਹੜਾ ਧਰਮ ਨਿਭਾ ਜਾਂਦਾ ਹੈ, ਜਿਹੜਾ ਧਰਮ ਦੀ ਖਾਤਰ ਆਪਣੀ ਜਾਨ ਕੁਰਬਾਨ ਕਰ ਜਾਂਦਾ ਹੈ। ਦੁਨੀਆ ਤੇ ਉਸ ਤੋਂ ਵੱਡਾ ਆਦਮੀ ਕੋਈ ਜਨਮ ਨਹੀਂ ਲੈ ਸਕਦਾ। ਸ਼ਹੀਦ ਤੋਂ ਵੱਡਾ ਰੁਤਬਾ ਦੁਨੀਆ ਤੇ ਕੋਈ ਹੋਰ ਪ੍ਰਾਪਤ ਨਹੀਂ ਕਰ ਸਕਦਾ। ਧੰਨ ਪੁਰਖ ਜੋ ਗੁਰ ਪਗ ਚਾਹੈ। ਸ਼ਹਿਬਾਜ਼ ਸਿਆਂ ਉਹ ਇਨਸਾਨ, ਉਹ ਪੁਰਸ਼ ਧੰਨ ਹੁੰਦਾ ਹੈ ਜਿਹੜਾ ਆਪਣੇ ਤਨ ਨੂੰ, ਆਪਣੇ ਸਰੀਰ ਦੇ ਮੋਹ ਨੂੰ ਛੱਡ ਕੇ ਬਲਕਿ ਗੁਰੂ ਚਰਨਾਂ ਦੇ ਪ੍ਰੀਤੀ ਨੂੰ ਲੋਚਦਾ ਹੈ। ਨਾ ਰਾਜ ਨਾ ਚਾਹੋ, ਮੁਕਤ ਨਾ ਚਾਹੋ, ਮਨ ਪ੍ਰੀਤ ਚਰਨ ਕਮਲਾਰੇ। ਚਰਨਾਂ ਦੀ ਪ੍ਰੀਤੀ ਮਿਲ ਜਾਵੇ ਖਾਲਸਾ ਜੀ, ਇਸ ਤੋਂ ਵੱਡੀ ਦਾਤ ਦੁਨੀਆ ਤੇ ਕੁਝ ਵੀ ਨਹੀਂ। ਉਹ ਚਰਨਾਂ ਦੀ ਪ੍ਰੀਤੀ ਬਾਰੇ ਭਾਈ ਸੁਬੇਗ ਸਿੰਘ ਦੱਸਦੇ ਨੇ। ਤਿਸੈ ਉਤਾਰ ਨਵਾਬ ਬੁਲਾਇਆ। ਖਾਲਸਾ ਜੀ ਚਰਖੜੀ ਦੇ ਗੇੜੇ ਦੇ ਦੇ ਕੇ ਜਦੋਂ ਸਾਰਾ ਸਰੀਰ ਲਹੂ ਲੁਹਾਨ ਹੋਇਆ, ਨਵਾਬ ਕਹਿੰਦਾ ਇਹਦੇ ਪੁੱਤਰ ਨੂੰ ਮੇਰੇ ਕੋਲ ਲਿਆਓ, ਮਿੱਠੀਆਂ ਗੱਲਾਂ ਵਿੱਚ ਲਾ ਕਰਕੇ ਇਹਨੂੰ ਸਮਝਾਵਾਂਗਾ। ਕਹਿੰਦੇ ਹੁਣ ਭਾਈ ਸ਼ਹਿਬਾਜ਼ ਸਿੰਘ ਨੂੰ ਆਪਣੇ ਕੋਲ ਬੁਲਾਉਂਦਾ ਹੈ। ਦੇਖ ਕੇ ਦੁੱਖ ਫਿਰ ਬਾਤਨ ਲਾਇਆ। ਪਹਿਲਾਂ ਦੁੱਖ ਦਿੰਦਾ ਹੈ, ਸਰੀਰ ਦੇ ਜ਼ਖਮਾਂ ਦੇ ਉੱਤੇ ਲੂਣ ਛਿੜਕਦਾ ਹੈ। ਹੁਣ ਜ਼ਖਮ ਕਰਨ ਤੋਂ ਬਾਅਦ, ਸਰੀਰ ਲਹੂ ਲੁਹਾਨ ਕਰਨ ਤੋਂ ਬਾਅਦ ਨਵਾਬ ਸ਼ਹਿਬਾਜ਼ ਸਿੰਘ ਨੂੰ ਕੋਲ ਬਿਠਾ ਕਰਕੇ ਉਹੀ ਸਰਕਾਰ ਦੀਆਂ ਨੀਤੀਆਂ, ਮਿੱਠੀਆਂ ਗੱਲਾਂ ਵਿੱਚ ਉਲਝਾਉਣਾ ਚਾਹੁੰਦਾ ਹੈ। ਤੂੰ ਹੈ ਬਾਲਕ ਬੁੱਧ ਤੈ ਨਾਹੀ। ਕਹਿੰਦੇ ਸ਼ਹਿਬਾਜ਼ ਸਿਆਂ ਤੂੰ ਬੱਚਾ ਹੈ, ਤੈਨੂੰ ਹਜੇ ਬੁੱਧੀ ਨਹੀਂ, ਗਿਆਨ ਨਹੀਂ। ਕਰਕੇ ਹੱਠ ਕਿਉਂ ਉਮਰ ਗਵਾਹੀ। ਕਿਉਂ ਹੱਠ ਕਰਕੇ ਆਪਣੀ ਜਾਨ ਗਵਾਉਂਦਾ ਹੈ? ਤੈਨੂੰ ਜ਼ਿੰਦਗੀ ਪਿਆਰੀ ਨਹੀਂ? ਤੂੰ ਹਜੇ ਬੱਚਾ ਹੈ, ਜ਼ਿੰਦਗੀ ਵਿੱਚ ਕੁਝ ਵੀ ਨਹੀਂ ਵੇਖਿਆ, ਆਪਣੀ ਜਾਨ ਨਾ ਗਵਾ। ਪਿਤਾ ਤੇਰੇ ਨੇ ਸਭ ਲੱਖ ਲਿਆ। ਤੇਰੇ ਪਿਤਾ ਨੇ, ਸੁਬੇਗ ਸਿੰਘ ਨੇ ਤੇ ਦੁਨੀਆ ਦੇ ਰੰਗ ਮਾਣ ਲਏ ਨੇ, ਪਰ ਤੂੰ ਕੁਝ ਵੀ ਨਹੀਂ ਵੇਖਿਆ। ਇਸ ਕਰਕੇ ਦੀਨੇ ਮਜਬ ਕਬੂਲ ਕਰ ਲੈ। ਉਮਰੋ ਦਿਨ ਅਬ ਦੇਖਣ ਭਇਆ। ਤੇਰੇ ਤਾਂ ਹੁਣ ਦੇਖਣ ਵਾਲੀ, ਦੁਨੀਆ ਵੇਖਣ ਵਾਲੀ ਉਮਰ ਆਈ ਹੈ, ਦੁਨੀਆ ਦੇ ਰੰਗ ਵੇਖਣ ਵਾਲੀ ਉਮਰ ਆਈ ਹੈ। ਕਿਉਂ ਆਪਣੀ ਜਾਨ ਗਵਾਉਂਦਾ ਹੈ? ਅਧ ਖਾਧੋ ਅਧ ਪੀਤੋ ਜੈ ਹੈ। ਕਿਉਂ ਚਾਹੁੰਦਾ ਵੀ ਅੱਧੀ ਉਮਰੇ ਤੂੰ ਸੰਸਾਰ ਤੋਂ ਚਲਿਆ ਜਾਵੇਂ ਤੇ ਦੁਨੀਆ ਦਾ ਰੰਗ ਵੀ ਨਾ ਮਾਨੇ। ਧਰਮ ਰੱਖਿਓ ਤੁਧ ਕਦ ਕੰਮ ਐ ਹੈ। ਸਿੱਖੀ ਰੱਖ ਕੇ, ਧਰਮ ਰੱਖ ਕੇ ਸ਼ਹਿਬਾਜ਼ ਸਿਆਂ ਤੈਨੂੰ ਕੀ ਮਿਲੇਗਾ? ਦੋਹਰਾ ਮੁਸਲਮਾਨ ਹੋਇ ਲਿਖੋ ਤੂੰ ਬਹੁਤੀ ਅਬੈ ਜਗੀਰ। ਜੇ ਤੂੰ ਦੀਨੇ ਮਜਬ ਕਬੂਲ ਕਰੇ, ਮੁਸਲਮਾਨ ਬਣ ਜਾਵੇਂ, ਜਿੰਨੀਆਂ ਵੀ ਜਗੀਰਾ ਕਵੇਂਗਾ ਮੈਂ ਤੇਰੇ ਨਾਮ ਲਾ ਦਿਆਂਗਾ। ਜਬ ਲਗ ਰਹੇ ਹੈ ਤਖਤ ਜਗ ਕਰੈ ਨ ਕੋਏ ਤਗੀਰ। ਜਦੋਂ ਤੱਕ ਮੁਗਲ ਸਲਤਨਤ ਦਾ ਤਖਤ ਕਾਇਮ ਹੈ, ਉਦੋਂ ਤੱਕ ਤੇਰੀਆਂ ਜਗੀਰਾਂ ਕਾਇਮ ਰਹਿਣਗੀਆਂ। ਇਸ ਕਰਕੇ ਦੇਰੀ ਨਾ ਲਾ, ਆਪਣੀ ਜ਼ਿੰਦਗੀ ਨੂੰ ਪਿਆਰਾ ਸਮਝ ਕੇ ਦੀਨੇ ਮਜਬ ਕਬੂਲ ਕਰ, ਕਿਉਂਕਿ ਮੈਂ ਤੈਨੂੰ ਜਗੀਰਾ ਦੇ ਦਿਆਂਗਾ। ਚਉ ਭਾਈ ਨਵਾਬ ਕਹੀ ਸੁਨ ਸਿੱਖ ਸੁਬੇਗ। ਹੁਣ ਜਦੋਂ ਸ਼ਹਿਬਾਜ਼ ਸਿੰਘ ਨੂੰ ਇਸ ਤਰ੍ਹਾਂ ਬਚਨ ਕੀਤੇ, ਉਸ ਤੋਂ ਬਾਅਦ ਨਵਾਬ ਭਾਈ ਸੁਬੇਗ ਸਿੰਘ ਹੋਣਾ ਨੂੰ ਕਹਿਣ ਲੱਗਾ ਕਿ ਸੁਬੇਗ ਸਿਆਂ ਮੇਰੀ ਗੱਲ ਸੁਣ। ਬਚਾਓ ਪੁੱਤਰ ਕੋ ਚਲਤੀ ਤੇਗ। ਆਪਣੇ ਪੁੱਤਰ ਨੂੰ ਬਚਾ ਲੈ, ਮੇਰੀ ਤੇਗ ਮਿਆਨ ਵਿੱਚੋਂ ਨਿਕਲ ਕੇ ਤੇਰੇ ਪੁੱਤਰ ਦੀ ਗਰਦਨ ਤੇ ਚੱਲੇਗੀ। ਤੇਗ ਚੱਲਣ ਤੋਂ ਪਹਿਲਾਂ ਜੇ ਚਾਹੁੰਦਾ ਤੇ ਆਪਣੇ ਪੁੱਤਰ ਦੀ ਜ਼ਿੰਦਗੀ ਬਚਾ ਲੈ। ਰੱਖ ਪੁੱਤਰ ਕੋ ਜੜ ਤੁਜ ਰਹੈ। ਆਪਣੇ ਪੁੱਤਰ ਨੂੰ ਬਚਾਵੇਂਗਾ, ਦੁਨੀਆ ਤੇ ਤੇਰੀ ਜੜ ਰਹਿ ਜਾਵੇਗੀ। ਤੂੰ ਕਹੋ ਮੁਖ ਤੇ ਕਲਮਾ ਕਹੈ। ਆਪਣੇ ਮੂੰਹ ਦੇ ਵਿੱਚੋਂ ਤੇ ਆਪਣੇ ਪੁੱਤਰ ਦੇ ਮੂੰਹ ਦੇ ਵਿੱਚੋਂ ਇੱਕ ਵਾਰ ਕਲਮਾ ਪੜ੍ਹ ਲੈ। ਕਲਮਾ ਪੜੇਗਾ, ਜਿੰਨੀਆਂ ਵੱਧ ਕਲਮਾ ਪੜੇਗਾ ਉਨੀਆਂ ਵੱਧ ਜਾਇਦਾਦਾਂ, ਜ਼ਮੀਨਾਂ, ਜਗੀਰਾਂ ਮੈਂ ਤੇਰੇ ਤੇ ਤੇਰੇ ਪੁੱਤਰ ਨਾਲ ਲਵਾ ਦਿਆਂਗਾ। ਬਸ ਇੱਕ ਵਾਰ ਕਲਮਾ ਪੜ੍ਹ ਲੈ। ਇਹ ਹੈ ਗੁਰੂ ਨਾਨਕ ਦੀ ਸਿੱਖੀ, ਵੀ ਸਾਹਮਣੇ ਮੌਤ ਵੀ ਖੜ ਜਾਵੇ, ਸਾਹਮਣੇ ਦੁਨੀਆ ਦੀ ਦੌਲਤ ਵੀ ਖੜ ਜਾਵੇ, ਪਰ ਫਿਰ ਵੀ ਸਿੱਖ ਦੇ ਮੂੰਹ ਦੇ ਵਿੱਚੋਂ ਵਾਹਿਗੁਰੂ ਗੁਰਮੰਤਰ ਕਦੇ ਦੂਰ ਨਾ ਹੋਵੇ। ਸਿੱਖ ਦੇ ਮੂੰਹ ਦੇ ਵਿੱਚੋਂ ਜਪਜੀ ਸਾਹਿਬ ਦਾ ਪਾਠ ਕਦੇ ਦੂਰ ਨਾ ਹੋਵੇ। ਇਹ ਗੁਰੂ ਨਾਨਕ ਸਾਹਿਬ ਦੀ ਸਿੱਖੀ ਹੈ ਜਿਹੜੀ ਰੋਜ਼ ਅਰਦਾਸ ਵਿੱਚ ਮੰਗਦੇ ਆ।
ਕਹਿੰਦਾ ਜਿੰਨੀ ਵਾਰ ਕਲਮਾ ਕਵੇਂਗਾ ਓਨੀਆਂ ਜਗੀਰਾਂ ਵੱਧ ਮੈਂ ਤੇਰੇ ਨਾਮ ਲਵਾ ਦਿਆਂਗਾ। ਕਰੋ ਕਤਲ ਤੁਝ ਮਾਰੂ ਗ੍ਰਾਮ। ਤੇ ਜੇ ਕਲਮਾ ਨਾ ਪੜੀਆਂ, ਦੀਨੇ ਮਜਬ ਨਾ ਪੜਿਆ, ਤੇਰੇ ਨਾਲ ਨਾਲ ਸੁਬੇਗ ਸਿਆਂ ਤੇਰੇ ਸਾਰੇ ਪਿੰਡ ਨੂੰ ਮਾਰ ਦਿਆਂਗਾ, ਚੇਤੇ ਰੱਖੀ। ਇਸ ਕਰਕੇ ਦੇਰੀ ਨਾ ਲਾ, ਦੀਨੇ ਮਜਬ ਕਬੂਲ ਕਰ ਲੈ। ਸਿਖਾਏ ਪੁੱਤਰ ਕਰ ਦੀਨ ਕਰਾਮ। ਚੱਲ ਆਪਣੇ ਪੁੱਤਰ ਨੂੰ ਸਿੱਖਿਆ ਦੇ, ਆਪਣੇ ਪੁੱਤਰ ਨੂੰ ਸਮਝਾ ਕਿ ਉਹ ਹੱਠ ਛੱਡ ਕੇ ਦੀਨੇ ਮਜਬ ਕਬੂਲ ਕਰੇ ਤੇ ਕਲਮਾ ਪੜ ਲਵੇ। ਯਾ ਪੀਛੇ ਮੈਂ ਰਾਖੂੰ ਤੋਹੇ। ਜੇ ਤੇਰੇ ਪੁੱਤਰ ਨੇ ਕਲਮਾ ਪੜ ਲਿਆ, ਮੈਂ ਤੇਰੀ ਵੀ ਜਾਨ ਬਖਸ਼ ਦਿਆਂਗਾ। ਤੂੰ ਭੀ ਪੁੱਤਰ ਸੋ ਕਰ ਕਛ ਮੋਹੇ। ਤੂੰ ਆਪਣੇ ਪੁੱਤਰ ਦੇ ਨਾਲ, ਆਪਣੀ ਸੰਤਾਨ ਨਾਲ ਥੋੜਾ ਜਿਹਾ ਮੋਹ ਕਰ, ਇੰਨਾ ਨਿਰਮੋਹਾ ਨਾ ਬਣ। ਆਪਣੇ ਪੁੱਤਰ ਦੇ ਜ਼ਖਮਾਂ ਵੱਲ ਵੇਖ, ਵੇਖ ਤੇਰਾ ਬੱਚਾ ਤੜਫ ਰਿਹਾ ਹੈ। ਸੁਬੇਗ ਸਿਆਂ ਸਮਾਂ ਹੈ, ਆਪਣੇ ਪੁੱਤਰ ਨਾਲ ਮੋਹ ਕਰਕੇ ਪੁੱਤਰ ਦੀ ਜਾਨ ਬਚਾ ਲੈ। ਪੁੱਤਰ ਤੇ ਹੀ ਰਹਿ ਬੰਸ। ਜੇ ਪੁੱਤਰ ਦੁਨੀਆ ਤੇ ਹੋਣ ਤਾਂ ਹੀ ਬੰਦਿਆਂ ਦੀ ਅੰਸ ਵੰਸ ਕਾਇਮ ਰਹਿੰਦੀ ਹੈ। ਬਿਨਾ ਪੁੱਤਰ ਹੋਇ ਹੈ ਨਿਰਬੰਸ। ਜੇ ਪੁੱਤਰ ਦੁਨੀਆ ਤਾਂ ਨਾ ਰਵੇ ਤੇ ਬੰਦਿਆਂ ਦੀ ਬੰਸ਼ ਨਹੀਂ ਚੱਲਦੀ। ਸੁਬੇਗ ਸਿੰਘ ਸੁਨੇ ਐਸੀ ਕਹੀ। ਹੁਣ ਭਾਈ ਸੁਬੇਗ ਸਿੰਘ ਅੱਗੋਂ ਕਹਿਣ ਲੱਗੇ, ਸੱਚ ਨਵਾਬ ਤੈਂ ਜੇਤੀ ਕਹੀ। ਕਹਿੰਦੇ ਨਵਾਬਾ ਤੂੰ ਸੱਚ ਕਿਹਾ, ਜੋ ਤੂੰ ਕਿਹਾ ਬਿਲਕੁਲ ਸੱਚ ਹੈ। ਹਮਨੇ ਤੁਮਰਾ ਨੂਣ ਸੁਖਾਇਆ। ਠੀਕ ਐਸੀ ਕਦੇ ਸਮੇਂ ਵਿੱਚ ਇਸ ਸਰਕਾਰ ਦੀ ਨੌਕਰੀ ਕੀਤੀ ਹੈ, ਤੇਰਾ ਲੂਣ ਖਾਦਾ ਹੈ। ਬਣੇ ਨਾ ਖੋਟਾ ਤੁਮੈ ਅਲਾਇਆ। ਮੈਂ ਤੈਨੂੰ ਇਸ ਕਰਕੇ ਕੋਈ ਖੋਟਾ ਬਚਨ ਨਹੀਂ ਕਹਿ ਰਿਹਾ, ਪਰ ਜਿਹੜੀਆਂ ਗੱਲਾਂ ਤੂੰ ਮੈਨੂੰ ਕਰ ਰਿਹਾ ਨਾ ਸਿੱਖੀ ਛੱਡਣ ਲਈ, ਜੇ ਕੋਈ ਹੋਰ ਹੁੰਦਾ ਮੈਂ ਤੈਨੂੰ ਮਿੱਟੀ ਵਿੱਚ ਮਿਲਾ ਦਿੰਦਾ, ਪਰ ਤੇਰੇ ਘਰ ਵਿੱਚ ਤੇਰੇ ਦਰਬਾਰ 'ਚ ਨੌਕਰੀ ਕੀਤੀ ਹੈ, ਲੂਣ ਖਾਦਾ ਹੈ, ਇਸ ਕਰਕੇ ਖੋਟਾ ਬਚਨ ਨਹੀਂ ਕਹਿ ਰਿਹਾ। ਪਰ ਚੇਤੇ ਰੱਖੀ ਗੁਰੂ ਨਾਨਕ ਦੀ ਸਿੱਖੀ ਨੂੰ ਪਿੱਠ ਵੀ ਨਹੀਂ ਵਿਖਾ ਰਿਹਾ। ਹਮ ਸੁਤੇ ਆਪਣੇ ਦਇਓ ਉਪਦੇਸ਼। ਮੈਂ ਆਪਣੇ ਪੁੱਤਰ ਨੂੰ ਉਪਦੇਸ਼ ਜ਼ਰੂਰ ਦਵਾਂਗਾ। ਨਵਾਬਾ ਤੂੰ ਕਹਿੰਦਾ ਆਪਣੇ ਪੁੱਤਰ ਨੂੰ ਸਮਝਾ, ਆ ਵੇਖ ਮੈਂ ਆਪਣੇ ਪੁੱਤਰ ਸ਼ਹਿਬਾਜ਼ ਸਿੰਘ ਨੂੰ ਉਪਦੇਸ਼ ਦੇਣ ਲੱਗਾ। ਰਾਖਨ ਸਾਚੇ ਗੁਰ ਨਿਜ ਭੇਸ। ਕਿ ਪੁੱਤਰਾ ਸ਼ਹਿਬਾਜ਼ ਸਿਆਂ ਸ਼ਰੀਰ ਦੀ ਪਰਵਾਹ ਨਾ ਕਰੀ, ਜ਼ਿੰਦਗੀ ਦੀ ਪਰਵਾਹ ਨਾ ਕਰੀ। ਜੇ ਗੁਰੂ ਦੀ ਦਿੱਤੀ ਬਾਣੀ ਬਾਣੇ ਵਾਸਤੇ ਸ਼ਰੀਰ ਵੀ ਕੁਰਬਾਨ ਕਰਨਾ ਪੈ ਜਾਵੇ, ਪੁੱਤਰਾ ਇਹੋ ਜਿਹੇ ਲੱਖਾਂ ਸ਼ਰੀਰ ਵੀ ਕੁਰਬਾਨ ਹੋ ਜਾਣ, ਪਰ ਫਿਰ ਵੀ ਗੁਰੂ ਦੇ ਦਿੱਤੇ ਬਾਣੇ ਤੋਂ ਕਦੇ ਦੂਰ ਨਾ ਹੋਵੀਂ। ਕਹਾਂ ਜ਼ਿੰਦਗੀ ਕੀ ਪ੍ਰਤੀਤ। ਜ਼ਿੰਦਗੀ ਦੇ ਨਾਲ ਮੋਹ ਨਾ ਕਰੀ। ਇਹ ਜੀਵਨ ਇਹ ਗੁਰੂ ਦਾ ਦਿੱਤਾ ਹੈ, ਇਹ ਇੱਕ ਦਿਨ ਚਲਿਆ ਜਾਵੇਗਾ, ਪਰ ਜੇ ਸਿੱਖੀ ਛੱਡ ਦਿੱਤੀ ਦੁਬਾਰਾ ਗੁਰੂ ਦੀ ਕਿਰਪਾ ਤੋਂ ਬਿਨਾ ਨਹੀਂ ਮਿਲ ਸਕਦੀ। ਯਾ ਸਿਰ ਮਰਨੋਂ ਬਹੁਤੀ ਰੀਤ। ਇਸ ਕਰਕੇ ਸਿੱਖੀ ਦੀ ਰੀਤ ਹੈ ਵੀ ਸਿੱਖੀ ਕੇਸਾਂ ਸਵਾਸਾਂ ਸੰਗ ਨਿਭਾਈ ਜਾਂਦੀ ਹੈ। ਸਿੱਖੀ ਨਿਭਾਉਣ ਵਾਸਤੇ ਮਰਨਾ ਵੀ ਪੈ ਜਾਵੇ ਤੇ ਪਿੱਛੇ ਨਹੀਂ ਹਟਣਾ ਚਾਹੀਦਾ। ਰਹਿ ਧਰਮ ਤਨ ਅਪਹਿ ਜਾਏ। ਧਰਮ ਰਵੇ, ਸ਼ਰੀਰ ਭਾਵੇਂ ਚਲਿਆ ਜਾਵੇ, ਸ਼ਹਿਬਾਜ਼ ਸਿਆ ਇਹੋ ਜਿਹੀ ਕਰਨੀ ਕਮਾ ਕੇ ਜਾਈ। ਤੇਰੀ ਸਿੱਖੀ ਰਹਿ ਜਾਵੇ, ਤੇਰੀ ਜ਼ਿੰਦਗੀ ਚਲੀ ਜਾਵੇ, ਇਹੋ ਜਿਹੀ ਕਰਨੀ ਕਮਾ ਕੇ ਜਾਈ, ਪਰ ਕਦੇ ਕੇਸ ਨਾ ਕਤਲ ਕਰਾਈ। ਜਬ ਲਗ ਜੀਵੈ ਧਰਮ ਗਵਾਏ। ਜੇ ਧਰਮ ਗਵਾ ਕੇ ਜੀ ਵੀ ਲਿਆ ਤੇ ਚੇਤੇ ਰੱਖੀ ਹਰ ਇੱਕ ਪਲ ਦੇ ਨਾਲ ਤੈਨੂੰ ਮੌਤ ਮਿਲੇਗੀ। ਕਿਤ ਜੀਵਨ ਸੋ ਧਰਮ ਗਵਾਈਏ। ਕਿਉਂਕਿ ਧਰਮ ਗਵਾ ਕਰਕੇ, ਸਿੱਖੀ ਛੱਡ ਕਰਕੇ ਦੁਨੀਆ ਤੇ ਉੱਤੇ ਜੀਵਨ ਨਹੀਂ ਮਿਲਦਾ, ਜ਼ਿੰਦਗੀ ਨਹੀਂ ਮਿਲਦੀ। ਜੇ ਜੀਵੈ ਪਤ ਲੱਥੀ ਜਾਏ, ਸਭ ਹਰਾਮ ਜੇਤਾ ਕਿਛ ਖਾਏ। ਜੇ ਧਰਮ ਛੱਡ ਕੇ ਬੰਦਾ ਜਿਉਣਾ ਪ੍ਰਵਾਨ ਕਰੇ, ਉਸ ਤੋਂ ਵੱਡਾ ਲਾਹਣਤੀ ਕੋਈ ਨਹੀਂ। ਮਰਨੋਂ ਸਾਚ ਕਿਤੈ ਨਠ ਜਾਈਏ। ਕਿਉਂਕਿ ਮਰਨਾ ਤੇ ਸੱਚ ਹੈ ਪੁੱਤਰਾ। ਮਰਨ ਤੋਂ ਕੋਈ ਬਚ ਨਹੀਂ ਸਕਦਾ, ਮੌਤ ਤੋਂ ਕੋਈ ਭੱਜ ਨਹੀਂ ਸਕਦਾ। ਮਰਨਾ ਸਭ ਨੇ ਹੈ, ਪਰ ਤੂੰ ਸਿੱਖੀ ਕੇਸਾਂ ਸਵਾਸਾਂ ਸੰਗ ਨਿਭਾ ਕੇ ਫੇਰ ਹੀ ਦੁਨੀਆ ਤੋਂ ਜਾਵੀਂ। ਸਿੱਖਨ ਕਾਜ ਸੋ ਗੁਰੂ ਹਮਾਰੇ। ਤੇ ਹੁਣ ਖਾਲਸਾ ਜੀ ਨਵਾਬ ਨੂੰ ਕਹਿੰਦੇ, ਨਵਾਬਾ ਜਿਹੜੇ ਸਾਡੇ ਸਤਿਗੁਰੂ ਨੇ ਨਾ, ਉਹਨਾਂ ਨੇ ਵੀ ਸਿੱਖਾਂ ਵਾਸਤੇ ਇੱਕ ਕਾਰਜ ਕੀਤਾ ਹੈ। ਸੀਸ ਦਿਓ ਨਿਜ ਸਨ ਪਰਵਾਰੇ। ਸਾਡੇ ਗੁਰੂ ਨੇ ਇਸ ਸਿੱਖੀ ਦੀ ਖਾਤਰ
ਆਪਣੇ ਸਿੱਖ ਪਰਿਵਾਰ ਦੀ ਖਾਤਰ ਆਪਣੇ ਸਮੁੱਚੇ ਪਰਿਵਾਰ ਦੇ ਸਿਰ ਧੜ ਦੀ ਬਾਜੀ ਲਾਈ ਹੈ। ਚਾਰੇ ਪੁੱਤਰ ਜਾਨ ਕੁਹਾਏ, ਉਹਨਾਂ ਨੇ ਚਾਰੇ ਲਖਤੇ ਜਿਗਰ, ਚਾਰੇ ਪੁੱਤਰ, ਚਾਰੇ ਜਿਗਰ ਦੇ ਟੁਕੜੇ ਉਹਨਾਂ ਦੇ ਟੋਟੇ ਟੋਟੇ ਕਰਵਾ ਕਰਕੇ ਵੀ ਇਹ ਗੱਲ ਕਹੀ ਸੀ ਕਿ ਔਰੰਗਿਆ ਇਹ ਨਾ ਸਮਝੀ ਕਿ ਚਾਰੇ ਮਾਰ ਦਿੱਤੇ ਤੇ ਸਿੱਖੀ ਖਤਮ ਹੋ ਜਾਵੇਗੀ। ਇਹ ਚਾਰੇ ਨਹੀਂ, ਮੇਰਾ ਖਾਲਸਾ ਪੁੱਤਰ ਹਜੇ ਵੀ ਜਿਉਂਦਾ ਹੈ ਤੇ ਖਾਲਸੇ ਨੂੰ ਮਕਾਉਣ ਵਾਲਾ ਦੁਨੀਆ ਤੇ ਕੋਈ ਜੰਮਿਆ ਹੀ ਨਹੀਂ। ਚਿਹ ਮਰਦੀ ਕੇ ਅਗਰ ਖਮੋਸ਼ਾ ਕੁਨੀ ਕਿ ਆਤਸ਼ ਦਮਾਰਾ ਫਰੋਸ਼ਾ ਕੁਨੀ। ਉਹ ਰੰਗਿਆ ਇਹ ਭਾਵੇਂ ਚਲੇ ਗਏ ਪਰ ਚੇਤੇ ਰੱਖੀ ਇਹ ਹੁਣ ਚਾਰ ਅੱਗ ਦੀਆਂ ਅੰਗਿਆੜੀਆਂ ਬੁੱਝੀਆਂ ਨਹੀਂ, ਇਹ ਅੱਗ ਦਾ ਬਹੁਤ ਵੱਡਾ ਭਾਂਬੜ ਮਚੇਗਾ। ਐਸਾ ਅੱਗ ਦਾ ਭਾਂਬੜ ਮਚੇਗਾ, ਮੇਰਾ ਖਾਲਸਾ ਐਸਾ ਪ੍ਰਗਟ ਹੋਵੇਗਾ ਕਿ ਤੇਰੇ ਰਾਜ ਨੂੰ ਮਲੀਆ ਮੇਟ ਕਰ ਦੇਵੇਗਾ। ਸਾਡੇ ਗੁਰੂ ਨੇ ਬਚਨ ਕੀਤੇ ਨੇ, ਉਹਨਾਂ ਨੇ ਚਾਰੇ ਲਖਤੇ ਜਿਗਰ ਟੋਟੇ ਟੋਟੇ ਕਰਵਾ ਲਏ, ਪਰ ਨਵਾਬਾ ਉਹਨਾਂ ਨੇ ਸਿੱਖਾਂ ਦੀ ਸੁੱਖ ਮੰਗੀ ਹੈ। ਇਸ ਕਰਕੇ ਅਸੀਂ ਵੀ ਕਦੇ ਐਸੇ ਗੁਰੂ ਨੂੰ ਪਿੱਠ ਨਹੀਂ ਵਿਖਾਵਾਂਗੇ। ਸੋ ਚੰਡੀ ਕੀ ਭੇਟ ਕਰਾਏ, ਸਾਡੇ ਸਤਿਗੁਰੂ ਨੇ ਕਲਗੀਆਂ ਵਾਲੇ ਨੇ ਚਾਰੇ ਲਖਤੇ ਜਿਗਰ ਚੰਡੀ ਤੋਂ ਭਾਵ ਤਲਵਾਰ ਤੇਗ ਦੀ ਭੇਟਾ ਕਰਵਾ ਲਏ। ਹਮ ਕਾਰਨ ਗੁਰਕੁਲ ਹੈ ਗਵਾਈ, ਸਾਡੇ ਵਾਸਤੇ ਕਲਗੀਧਰ ਗੁਰੂ ਗੋਬਿੰਦ ਸਿੰਘ ਮਹਾਰਾਜ ਨੇ ਸਾਡੇ ਵਾਸਤੇ ਆਪਣੀ ਕੁੱਲ ਗਵਾ ਲਈ। ਹਮ ਕੁਲ ਰਾਖਾਂ ਕੌਣ ਬੜਾਈ, ਨਵਾਬਾ ਤੂੰ ਕਹਿੰਦਾ ਪੁੱਤਰ ਰੱਖ ਲੈ ਤੇਰੀ ਕੁੱਲ ਰਹਿ ਜਾਏਗੀ। ਮੈਨੂੰ ਦੱਸ ਕਲਗੀਆਂ ਵਾਲੇ ਨੇ ਸਾਡੇ ਵਾਸਤੇ ਕੁੱਲ ਗਵਾ ਲਈ ਤੇ ਅੱਜ ਕਲਗੀਆਂ ਵਾਲੇ ਨੂੰ ਪਿੱਠ ਵਿਖਾ ਕੇ ਮੈਂ ਆਪਣੀ ਕੁੱਲ ਰੱਖ ਲਵਾਂ ਤੇ ਫਿਰ ਦੁਨੀਆ ਤੇ ਇਸ ਤੋਂ ਵੱਡੀ ਧ੍ਰਿਗਕਾਰ ਕੀ ਹੋਵੇਗੀ? ਇਹ ਕੋਈ ਵਡਿਆਈ ਨਹੀਂ। ਇਸ ਕਰਕੇ ਮੈਂ ਕੁੱਲ ਨਹੀਂ, ਮੈਂ ਗੁਰੂ ਨਾਨਕ ਦੀ ਸਿੱਖੀ ਰੱਖਾਂਗਾ। ਐਸੇ ਔਰ ਬਾਤ ਬਹੁ ਭਈ। ਇਸ ਤਰ੍ਹਾਂ ਖਾਲਸਾ ਜੀ ਭਾਈ ਸੁਬੇਗ ਸਿੰਘ ਨੇ ਨਵਾਬ ਦੀਆਂ ਅੱਖਾਂ ਵਿੱਚ ਅੱਖਾਂ ਪਾ ਕਰਕੇ ਐਸੇ ਸੂਰਬੀਰਾਂ ਵਾਲੇ ਬਚਨ ਕਰਕੇ ਦੱਸਿਆ ਕਿ ਨਵਾਬਾ ਮਰਨਾ ਤੇ ਪ੍ਰਵਾਨ ਹੈ ਪਰ ਸਿੱਖੀ ਛੱਡਣਾ ਸਾਨੂੰ ਪ੍ਰਵਾਨ ਨਹੀਂ। ਨਵਾਬ ਚਿਤ ਤਬ ਐਸੇ ਆਈ, ਉਦੋਂ ਫਿਰ ਨਵਾਬ ਖਾਨ ਬਹਾਦਰ ਦੇ ਚਿੱਤ ਦੇ ਵਿੱਚ ਇੱਕ ਫੁਰਨਾ ਆਇਆ ਯਹ ਪੁੱਤਰ ਸਮਝਾਵੇ ਐਸੇ, ਕਿ ਇਹ ਆਪਣੇ ਪੁੱਤਰ ਨੂੰ ਕਿਸ ਤਰ੍ਹਾਂ ਦੀ ਸਿੱਖਿਆ ਦੇ ਰਿਹਾ ਹੈ। ਇਹ ਤਾਂ ਹੋਰ ਉਹਦੇ ਹੌਸਲੇ ਬੁਲੰਦ ਕਰ ਰਿਹਾ ਵੀ ਮਰਨਾ ਕਬੂਲ ਕਰ ਲਵੀਂ ਪਰ ਸਿੱਖੀ ਛੱਡਣਾ ਕਬੂਲ ਨਾ ਕਰੀ। ਇਹ ਕਿਸ ਤਰ੍ਹਾਂ ਦੀ ਸਿੱਖਿਆ ਦੇ ਰਿਹਾ ਹੈ? ਸੋ ਦ੍ਰਿੜ ਹੋਵੇ ਮੁੜੈ ਨਾ ਜੈਸੇ, ਇਹ ਤੇ ਐਸਾ ਦ੍ਰਿੜ ਕਰ ਰਿਹਾ ਆਪਣੇ ਪੁੱਤਰ ਨੂੰ ਕਿ ਉਹ ਦੁਬਾਰਾ ਦੀਨੇ ਮਜਬ ਵੱਲ ਮੂੰਹ ਵੀ ਨਾ ਕਰੇ। ਜਾਂ ਤੇ ਜਦੋਂ ਸੋ ਬੇਟਾ ਕਰੂੰ, ਨਵਾਬ ਕਹਿੰਦਾ ਸੁਬੇਗ ਸਿੰਘ ਨੂੰ, ਸ਼ਹਿਬਾਜ਼ ਸਿੰਘ ਨੂੰ ਵੱਖਰਾ ਕਰ ਦੋ, ਇਹਦੇ ਅੱਖਾਂ ਦੇ ਸਾਹਮਣੇ ਤੋਂ ਇਹਦੇ ਪੁੱਤਰ ਨੂੰ ਅਲੱਗਾ ਕਰ ਦੋ। ਡਰਾਏ ਮਾਰ ਵਿੱਚ ਦੀਨੇ ਭਰੋ, ਤੇ ਫਿਰ ਇਹਦੇ ਪੁੱਤਰ ਨੂੰ ਚੰਗੀ ਤਰ੍ਹਾਂ ਡਰਾਓ, ਚੰਗੀ ਤਰ੍ਹਾਂ ਤਸੀਹੇ ਦਵੋ, ਇੰਨੇ ਕੇ ਤਸੀਹੇ ਦਵੋ ਕਿ ਇਹ ਤੜਪ ਤੜਪ ਕੇ ਕੁਰਾਨ ਦੀਆਂ ਕਲਮਾਂ ਪੜ੍ਹ ਕੇ ਕਵੇ ਵੀ ਮੈਂ ਦੀਨੇ ਮਜਬ ਕਬੂਲ ਕਰਾਂਗਾ। ਦੁਖੀ ਹੋਤ ਜਬ ਬਹੁਤ ਸਰੀਰ, ਕਿਉਂਕਿ ਜਦੋਂ ਇਹਦੇ 18 ਸਾਲ ਦੇ ਪੁੱਤਰ ਦਾ ਸਰੀਰ ਦੁਖੀ ਹੋਇਆ, ਭੁੱਲ ਜਾਤ ਹੈ ਗੁਰਵਾ ਪੀਰ, ਇਹ ਆਪਣੇ ਆਪ ਆਪਣੇ ਗੁਰੂਆਂ ਪੀਰਾਂ ਦੀ ਦੱਸੀ ਹੋਈ ਸਿੱਖਿਆ ਨੂੰ ਭੁੱਲ ਜਾਵੇਗਾ। ਦੇਵੋ ਦੁਖ ਵਹ ਬਹੁਤ ਸਰੀਰ, ਇਸ ਕਰਕੇ ਇਹਨੂੰ ਚੰਗੀ ਤਰ੍ਹਾਂ ਤਸੀਹੇ ਦਵੋ ਤਾਂ ਕਿ ਇਹਨੂੰ ਚੇਤੇ ਆ ਜਾਵੇ ਕਿ ਦੀਨੇ ਮਜਬ ਕਬੂਲ ਕੀਤੇ ਬਿਨਾ ਬੰਦ ਖਲਾਸੀ ਨਹੀਂ। ਜੋ ਮੰਗਾ ਸੋ ਦੇਹੋ ਜਗੀਰ, ਤੇ ਜੇ ਤਸੀਹੇ ਦੇਣ ਤੋਂ ਪਹਿਲਾਂ ਇੱਕ ਵਾਰ ਲਾਲਚ ਵਿੱਚ ਆਉਂਦਾ ਹੈ, ਪਹਿਲਾਂ ਜਗੀਰਾਂ ਦਾ ਲਾਲਚ ਦੇ ਕੇ ਵੀ ਵੇਖ ਲਵੋ। ਤਬ ਤਿਸ ਦੇਣ ਲੱਗੇ ਬਹੁ ਦੁੱਖ, ਪਰ ਜਗੀਰਾਂ ਦੇ ਲਾਲਚ ਵਿੱਚ 18 ਸਾਲ ਦਾ ਪੁੱਤਰ ਆਇਆ ਨਾ। ਚੰਡਾਲ ਹੁਣ ਭਾਈ ਸ਼ਹਿਬਾਜ਼ ਸਿੰਘ ਦੇ ਸਰੀਰ ਨੂੰ ਤਸੀਹੇ ਦੇਣ ਲੱਗੇ। ਤਾਂਗਾ ਖੀਚੈ ਕੁੱਟੈ ਮੁਖ, ਖਾਲਸਾ ਜੀ ਦੋ ਦੋ ਸਿਪਾਹੀਆਂ ਨੇ ਦੋਵੇਂ ਪਾਸੇ ਹੋ ਜਾਣਾ। ਦੋ ਸਿਪਾਹੀਆਂ ਨੇ ਖੱਬੀ ਲੱਤ ਪਕੜ ਲੈਣੀ ਤੇ ਦੋ ਸਿਪਾਹੀਆਂ ਨੇ ਸੱਜੀ ਲੱਤ ਪਕੜ ਲੈਣੀ ਤੇ ਫਿਰ ਦੋਵੇਂ ਸਿਪਾਹੀਆਂ, ਚਾਰੇ ਸਿਪਾਹੀਆਂ ਨੇ ਸਲਾਹ ਕਰਕੇ ਇੱਕੋ ਵਾਰ ਵਿੱਚ ਦੋਵੇਂ ਲੱਤਾਂ ਖਿੱਚਣੀਆਂ ਤੇ ਦੋਵੇਂ ਲੱਤਾਂ ਖਿੱਚ ਕੇ ਜਦੋਂ ਤਕਲੀਫ ਦੇਣੀ ਉਦੋਂ ਫਿਰ ਪੁੱਛਣਾ, 10 ਸ਼ਹਿਬਾਜ਼ ਸਿਆਂ ਦੀਨੇ ਮਜਬ ਕਬੂਲ ਹੈ ਕਿ ਨਹੀਂ, ਸਿੱਖੀ ਛੱਡਣਾ ਕਬੂਲ ਹੈ ਕਿ ਨਹੀਂ, ਕੇਸ ਕਟਵਾਉਣੇ ਕਬੂਲ ਹੈਨ ਕਿ ਨਹੀਂ। ਕਹਿੰਦੇ ਦੋਵੇਂ ਲੱਤਾਂ ਖਿੱਚਦੇ ਨੇ
ਉਸ ਤੋਂ ਬਾਅਦ ਪੱਟਾਂ ਦੇ ਉੱਤੇ ਖਾਲਸਾ ਜੀ ਲੋਹੇ ਦੇ ਪਾਈਪ ਮਾਰਦੇ ਨੇ, ਲੋਹੇ ਦੀਆਂ ਰਾੜਾਂ ਮਾਰਦੇ ਆ, ਪਰ ਉਦੋਂ ਵੀ ਸ਼ਹਿਬਾਜ਼ ਸਿੰਘ ਦੇ ਮੁਖ ਦੇ ਵਿੱਚੋਂ ਵਾਹਿਗੁਰੂ ਗੁਰਮੰਤਰ ਦੀ ਆਵਾਜ਼ ਉਹ ਬੰਦ ਨਹੀਂ ਹੋ ਰਹੀ। ਏਕ ਟੰਗ ਫੜ ਤਿਸੈ ਘੁਮਾਵੈ। ਉਸ ਤੋਂ ਬਾਅਦ ਕਹਿੰਦੇ ਇੱਕ ਸਿਪਾਹੀ ਬੜਾ ਤਗੜਾ ਸੀ, ਉਹਨੂੰ ਕਿਹਾ ਇੱਕ ਲੱਤ ਤੋਂ ਫੜ ਕੇ ਨਾ ਇਹਨੂੰ ਚੰਗੀ ਤਰ੍ਹਾਂ ਹਵਾ ਦੇ ਵਿੱਚ ਘੁਮਾ, ਕਿਉਂਕਿ 18 ਸਾਲ ਦਾ ਵਾ, ਬਾਲ ਅਵਸਥਾ ਹੈ। ਕਹਿੰਦੇ ਸਿਪਾਹੀ ਆਇਆ, ਲੱਤ ਤੋਂ ਪਕੜ ਕਰਕੇ ਹਵਾ ਦੇ ਵਿੱਚ ਬਹੁਤ ਜ਼ੋਰ ਦੀ ਘੁਮਾਉਣ ਲੱਗ ਪਿਆ। ਬਾਹ ਖੈਂਚ ਫਿਰ ਪਿੱਛੇ ਗਿਰਾਵੈ। ਤੇ ਖਾਲਸਾ ਜੀ ਫਿਰ ਘਮਾਉਂਦਾ ਉਹਨਾਂ ਨੇ ਭਾਈ ਸ਼ਹਿਬਾਜ਼ ਸਿੰਘ ਦਾ ਸਰੀਰ ਧਰਤੀ ਤੇ ਡੇਗ ਦਿੱਤਾ। ਜਦੋਂ ਸਰੀਰ ਧਰਤੀ ਤੇ ਗਿਰਿਆ, ਕਹਿੰਦੇ ਦੋਹਾਂ ਬਾਹਾਂ ਦੇ ਵਿਚਕਾਰ ਇੱਕ ਮੋਟਾ ਸੋਟਾ ਫਸਾ ਕਰਕੇ ਦੋਵੇਂ ਬਾਹਾਂ ਪਿੱਛੇ ਬੰਨ ਦਿੱਤੀਆਂ, ਕਮਰ ਦੇ ਨਾਲ ਬਾਹਾਂ ਬੰਨ ਕੇ ਫਿਰ ਕਹਿੰਦੇ ਮੋਢਿਆਂ ਦੇ ਉੱਤੇ ਡਾਂਗਾ ਮਾਰਨ ਲੱਗ ਪਏ ਤੇ ਡਾਂਗਾ ਮਾਰ ਕੇ ਪੁੱਛਦੇ ਨੇ, ਦੱਸ ਕੇਸ ਕਟਵਾਉਣੇ ਕਬੂਲ ਨੇ ਕਿ ਨਹੀਂ? ਤੇ ਉਦੋਂ ਵੀ ਸ਼ਹਿਬਾਜ਼ ਸਿੰਘ ਦੇ ਮੂੰਹ ਦੇ ਵਿੱਚੋਂ ਆਵਾਜ਼ ਨਿਕਲਦੀ ਹੈ ਕਿ ਮਰਨਾ ਤੇ ਮਨਜ਼ੂਰ ਹੈ, ਪਰ ਸਿੱਖੀ ਛੱਡਣਾ ਮਨਜ਼ੂਰ ਨਹੀਂ। ਹਾਂਜੀ, ਕੋਈ ਦੰਤਨ ਨਖਨ ਜੁਬਾਵੈ। ਖਾਲਸਾ ਜੀ ਦੈਂਤ ਬਿਰਤੀ ਦੇ ਲੋਕ ਹੁੰਦੇ ਨੇ ਜਿਹੜੇ ਜ਼ੁਲਮੀ ਹੁੰਦੇ ਨੇ। ਕਹਿੰਦੇ ਨਵਾਬ ਨੇ ਕਿਹਾ ਕਿ ਜਿਨ੍ਹਾਂ ਦੇ ਦੰਦ ਤਿੱਖੇ ਨੇ ਨਾ, ਜਿੱਥੇ ਜਿੱਥੇ ਜ਼ਖਮ ਹੋਏ ਨੇ ਉੱਥੇ ਉੱਥੇ ਆ ਕੇ ਚੱਕ ਮਾਰੋ, ਆਪਣੇ ਮੂੰਹ ਦੇ ਨਾਲ ਦੰਦ ਖਬੋਵੋ। ਕਹਿੰਦੇ ਕੋਈ ਸਿਪਾਹੀ ਆ ਕੇ ਦੰਦੀਆਂ ਵੱਢਦਾ, ਕੋਈ ਸਿਪਾਹੀ ਆ ਕਰਕੇ ਆਪਣੀਆਂ ਨੌਂਦਰਾਂ ਦੇ ਨਾਲ ਜ਼ਖਮਾਂ ਨੂੰ ਖਿੱਚਦਾ ਕਿ ਦਰਦ ਹੋਵੇ, ਜਿੰਨਾ ਵੱਧ ਦਰਦ ਹੋਵੇਗਾ ਇਹਨੂੰ ਤਕਲੀਫ ਹੋਵੇਗੀ, ਤੇ ਜਦੋਂ ਤਕਲੀਫ ਹੋਵੇ ਉਦੋਂ ਵੀ ਛੱਡਣਾ ਨਹੀਂ। ਜਿੱਥੇ ਜਿੱਥੇ ਦੰਦ ਖਬੋਏ ਜਾ ਰਹੇ ਨੇ, ਨੌਂਦਰਾਂ ਮਾਰੀਆਂ ਜਾ ਰਹੀਆਂ, ਉੱਥੇ ਨਮਕ ਛਿੜਕਿਆ ਜਾਵੇ, ਫਿਰ ਪੁੱਛਿਆ ਜਾਵੇ ਵੀ ਹੁਣ ਸਿੱਖੀ ਛੱਡਣਾ ਮਨਜ਼ੂਰ ਹੈ ਕਿ ਨਹੀਂ। ਉਲਟੋ ਸੁਲਟੋ ਕਰੈ ਸੰਤਾਵੈ। ਖਾਲਸਾ ਜੀ ਇਸ ਤਰ੍ਹਾਂ ਦੰਦ ਖਬਾਉਂਦੇ, ਨੌ ਖਬਾਉਂਦੇ, ਪੁੱਠਾ ਲਮਕਾਉਂਦੇ, ਬਾਹਾਂ ਪਿੱਛੇ ਬੰਨ ਕਰਕੇ ਡਾਂਗਾ ਮਾਰਦੇ, ਕਦੇ ਖਾਲਸਾ ਜੀ ਲੱਤਾਂ ਤੋਂ ਪਕੜ ਕੇ ਕਦੇ ਸੱਜੇ ਪਾਸੇ ਸਰੀਰ ਨੂੰ ਮਾਰਦੇ, ਕਦੇ ਖੱਬੇ ਪਾਸੇ ਸਰੀਰ ਨੂੰ ਜ਼ਮੀਨ ਤੇ ਗੇਰਦੇ। ਇਸ ਤਰ੍ਹਾਂ ਬਾਰ-ਬਾਰ ਤਸੀਹੇ ਦੇ ਕਰਕੇ ਸ਼ਹਿਬਾਜ਼ ਸਿੰਘ ਨੂੰ ਪੁੱਛਦੇ ਨੇ ਵੀ ਦੱਸ ਹੁਣ ਵੀ ਸਿੱਖੀ ਛੱਡਣਾ ਕਬੂਲ ਹੈ ਕਿ ਨਹੀਂ? ਖੇਚੈ ਨਾਕ ਕਾਨ ਦੁਖ ਦੇਹ। ਕਹਿੰਦੇ ਹੁਣ ਜ਼ਾਲਮ ਭਾਈ ਸ਼ਹਿਬਾਜ਼ ਸਿੰਘ ਦੇ ਕੰਨਾਂ ਨੂੰ ਖਿੱਚਦੇ ਨੇ ਵੀ ਇਸ ਦੇ ਕੰਨ ਪੁੱਟ ਦਿਓ। ਬਾਅਦ ਵਿੱਚ ਨਾਸਾਂ ਦੇ ਵਿੱਚ, ਨਾਸਕਾ ਦੇ ਵਿੱਚ, ਨੱਕ ਦੇ ਵਿੱਚ ਲੋਹੇ ਦੇ ਬਿਲਕੁਲ ਬਰੀਕ ਬਰੀਕ ਰਾੜਾਂ ਪਾ ਕਰਕੇ ਨੱਕ ਨੂੰ ਖਿੱਚਦੇ ਨੇ। ਕੰਨਾਂ ਵਿੱਚੋਂ ਲਹੂ ਆ ਰਿਹਾ ਹੈ, ਨੱਕ ਵਿੱਚੋਂ ਲਹੂ ਆ ਰਿਹਾ ਹੈ, ਸਰੀਰ ਦੇ ਹਰ ਇੱਕ ਅੰਗ ਦੇ ਵਿੱਚੋਂ ਲਹੂ ਆ ਰਿਹਾ ਹੈ। ਤੇ ਉਦੋਂ ਪੁੱਛਦੇ ਨੇ ਕਿ ਦੱਸ ਸਿੱਖੀ ਛੱਡਣਾ ਮਨਜ਼ੂਰ ਹੈ ਕਿ ਨਹੀਂ? ਤੇ ਉਦੋਂ ਵੀ ਭਾਈ ਸ਼ਹਿਬਾਜ਼ ਸਿੰਘ ਦੇ ਮੁਖ ਦੇ ਵਿੱਚੋਂ ਬਾਰ-ਬਾਰ ਇਹੋ ਸ਼ਬਦ ਨਿਕਲ ਰਹੇ ਨੇ, ਵਾਹਿਗੁਰੂ ਤੇਰਾ ਸਭ ਸਦਕਾ, ਵਾਹਿਗੁਰੂ ਤੇਰਾ ਸਭ ਸਦਕਾ। ਉਦੋਂ ਵੀ ਭਾਈ ਸ਼ਹਿਬਾਜ਼ ਸਿੰਘ ਕਹਿੰਦਾ ਵੀ ਮਰਨਾ ਤੇ ਮਨਜ਼ੂਰ ਹੈ, ਪਰ ਸਿੱਖੀ ਛੱਡਣਾ ਮਨਜ਼ੂਰ ਨਹੀਂ। ਕਹਾਂ ਦੰਤ ਇਹ ਤੋੜ ਸੋ ਲੇਹ। ਹੁਣ ਖਾਲਸਾ ਜੀ ਕਹਿੰਦਾ, ਨਵਾਬ ਖਾਨ ਬਹਾਦਰ ਕਹਿੰਦਾ ਜੇ ਹਜੇ ਵੀ ਨਹੀਂ ਨਾ ਮੰਨਦਾ, ਕਹਿੰਦਾ ਲੋਹੇ ਦੀ ਰਾੜ ਇਹਦੇ ਦੰਦਾਂ ਤੇ ਮਾਰੋ ਤੇ ਇਹਦੇ ਦੰਦ ਭੰਨ ਦਿਓ। ਜਦੋਂ ਇਹਦੇ ਦੰਦ ਟੁੱਟਣਗੇ, ਮੂੰਹ ਦੇ ਵਿੱਚੋਂ ਵੀ ਲਹੂ ਆਵੇਗਾ, ਤੇ ਫਿਰ ਇਹਨੂੰ ਪੁੱਛਿਓ ਵੀ ਇਹ ਸਿੱਖੀ ਛੱਡਦਾ ਕਿ ਨਹੀਂ ਛੱਡਦਾ। ਕੋ ਕਹ ਜਹ ਹੈ ਮਾ ਚੱਲ। ਖਾਲਸਾ ਜੀ ਇਸ ਤਰ੍ਹਾਂ ਨਵਾਬ ਨੇ ਹੁਕਮ ਦਿੱਤਾ ਤੇ ਉਹਦੇ ਦੰਦਾਂ ਦੇ ਉੱਤੇ ਲੋਹੇ ਦੀਆਂ ਰਾੜਾਂ ਮਾਰ ਕੇ ਦੰਦ ਤੋੜਦੇ ਨੇ। ਉਤਾਰ ਲਿਓ ਅਬਿਆਂ ਕੀ ਖਲ। ਤੇ ਉਸ ਤੋਂ ਬਾਅਦ ਵੀ ਜਦੋਂ ਭਾਈ ਸ਼ਹਿਬਾਜ਼ ਸਿੰਘ ਡੋਲਿਆ ਨਾ, ਤੇ ਕਹਿੰਦੇ ਨਵਾਬ ਖਾਨ ਬਹਾਦਰ ਕਹਿੰਦਾ ਕਿ ਖੰਜਰਾਂ ਦੇ ਨਾਲ ਇਹਦੇ ਸਰੀਰ ਦੀ ਖੱਲ ਉਤਾਰ ਦਿਓ। ਖੰਜਰ ਇਹਦੇ ਸਰੀਰ ਦੇ ਉੱਤੇ ਰਗੜ ਕੇ ਇਹਦੀ ਖੱਲ ਉਤਾਰੋ, ਤੇ ਜਦੋਂ ਖੱਲ ਉਤਰੇ ਫਿਰ ਨਮਕ ਛਿੜਕੋ, ਫਿਰ ਖੱਲ ਉਤਾਰੋ, ਫਿਰ ਨਮਕ ਛਿੜਕੋ, ਤੇ ਫਿਰ ਪੁੱਛੋ ਵੀ ਹੁਣ ਕੇਸ ਕਟਵਾਉਣੇ ਮਨਜ਼ੂਰ ਨੇ ਕਿ ਨਹੀਂ ਮਨਜ਼ੂਰ। ਐਸੇ ਦੁੱਖ ਕਹਾਂ ਲਓ ਗਨੀਏ। ਭਾਈ ਰਤਨ ਸਿੰਘ ਭੰਗੂ ਕਹਿੰਦੇ ਦੁਨੀਆ ਦੇ ਵਿੱਚ, ਜੀਵਨ ਦੇ ਵਿੱਚ ਮੈਂ ਇਹੋ ਜਿਹੇ ਦੁੱਖ
ਕਦੇ ਸੁਣੇ ਨਹੀਂ ਤੇ ਨਾ ਹੀ ਕਦੇ ਵੇਖੇ ਨੇ। ਜਿਹੜੇ ਜਿਹੜੇ ਦੁੱਖ ਉਸ ਵਕਤ 18 ਸਾਲ ਦੇ ਪੁੱਤਰ ਭਾਈ ਸ਼ਹਿਬਾਜ਼ ਸਿੰਘ ਨੂੰ ਤੇ ਉਹਦੇ ਪਿਤਾ ਭਾਈ ਸੁਬੇਗ ਸਿੰਘ ਨੂੰ ਦਿੱਤੇ ਗਏ। ਭਾਈ ਰਤਨ ਸਿੰਘ ਭੰਗੂ ਕਹਿੰਦੇ ਇਸ ਤੋਂ ਵੱਧ ਦੁੱਖ ਕਦੇ ਕਿਸੇ ਦੇ ਜੀਵਨ ਵਿੱਚ ਨਹੀਂ ਆ ਸਕਦਾ। ਚਰਖੜੀ ਤੇ ਘੁਮਾਇਆ ਜਾਵੇ, ਬਾਹਾਂ ਪਿੱਛੇ ਬਣ ਕੇ ਡੰਡੇ ਮਾਰੇ ਜਾਣ, ਸਰੀਰ ਦੇ ਵਿੱਚ ਦੰਦ ਖਬੋਏ ਜਾਣ, ਦੰਦੀਆਂ ਵੱਡੀਆਂ ਜਾਣ, ਨਾਖੂਨ ਖਬੋਏ ਜਾਣ, ਜਿੱਥੇ ਜ਼ਖਮ ਹੋਏ ਨੇ ਉੱਥੇ ਨਮਕ ਛਿੜਕਿਆ ਜਾਵੇ, ਕੰਨ ਖਿੱਚ ਦਿੱਤੇ ਜਾਣ, ਨੱਕ ਪਾੜ ਦਿੱਤੀ ਹੋਵੇ, ਮੂੰਹ ਦੇ ਦੰਦ ਤੋੜ ਦਿੱਤੇ ਹੋਣ, ਸਰੀਰ ਦੀ ਖੱਲ ਉਤਾਰ ਦਿੱਤੀ ਹੋਵੇ, ਤੇ ਫਿਰ ਵੀ ਗੁਰੂ ਕਾ ਸਿੱਖ ਕਵੇ ਵੀ ਸਿੱਖੀ ਛੱਡਣਾ ਮਨਜ਼ੂਰ ਨਹੀਂ। ਕਹਿੰਦੇ ਇਸ ਤੋਂ ਵੱਡੀ ਕਰਾਮਾਤ ਦੁਨੀਆ ਦੇ ਤਖਤੇ ਤੇ ਨਾ ਹੋਈ ਹੈ ਤੇ ਨਾ ਹੀ ਕਦੇ ਹੋ ਸਕਦੀ ਹੈ, ਜਿਹੜੀ ਕਰਾਮਾਤ ਗੁਰੂ ਨਾਨਕ ਦੇ ਸਿੱਖਾਂ ਨੇ ਕਰਕੇ ਵਿਖਾਈ ਹੈ। ਖਾਲਸਾ ਜੀ ਨੇ ਤਸੀਹੇ ਦੇਣ ਤੋਂ ਬਾਅਦ ਵੀ ਭਾਈ ਸ਼ਹਿਬਾਜ਼ ਸਿੰਘ ਡੋਲੇ ਨਹੀਂ। ਜਿਤਨੇ ਤਿਨਕੇ ਦਿੱਤੇ ਭਨੀਏ। ਭਾਈ ਰਤਨ ਸਿੰਘ ਭੰਗੂ ਕਹਿੰਦੇ ਕਲਮ ਮੁੱਕ ਜਾਏਗੀ, ਸ਼ਾਹੀ ਮੁੱਕ ਜਾਏਗੀ, ਪਰ ਕੈਸੇ ਕੈਸੇ ਦੁੱਖ ਤਸੀਹੇ ਸਿੱਖਾਂ ਨੂੰ ਦਿੱਤੇ ਗਏ ਉਹ ਬਿਆਨ ਨਹੀਂ ਕੀਤੇ ਜਾ ਸਕਦੇ। ਕਹੈ ਨਵਾਬ ਫਿਰ ਚਰਖੜੀ ਚੜਾਵੋ। ਨਵਾਬ ਕਹਿੰਦਾ ਦੁਬਾਰਾ ਫਿਰ ਚਰਖੜੀ ਤੇ ਚਾੜੋ। ਕਿੱਡੇ ਕਿ ਉਹ ਪੱਥਰ ਦਿਲ ਇਨਸਾਨ ਹੋਣਗੇ, ਜ਼ੁਲਮੀ ਲੋਕ ਹੋਣਗੇ, ਵੀ ਕਿਸੇ ਦੇ ਸਾਹਮਣੇ ਇੰਨੇ ਦੁੱਖ ਦਿੱਤੇ ਗਏ ਹੋਣ ਤੇ ਉਹ ਫਿਰ ਵੀ ਉਹਦਾ ਦਿਲ ਪਿਘਲ ਨਹੀਂ ਰਿਹਾ, ਉਹ ਫਿਰ ਵੀ ਕਹਿ ਰਿਹਾ ਵੀ ਚਰਖੜੀ ਤੇ ਚਾੜੋ। ਪਰ ਗੁਰੂ ਕੇ ਸਿੱਖ ਵੀ ਕਿੱਡੀ ਕਮਾਈ ਵਾਲੇ, ਬੰਦਗੀ ਵਾਲੇ ਹੋਣਗੇ ਵੀ ਜੇ ਜ਼ੁਲਮੀ ਬਾਦਸ਼ਾਹ ਆਪਣੇ ਜ਼ੁਲਮ ਦੀ ਆਦਤ ਨੂੰ ਨਹੀਂ ਛੱਡਦਾ ਤੇ ਗੁਰੂ ਨਾਨਕ ਦੇ ਸਿੱਖ ਸਿੱਖੀ ਨਿਭਾਉਣ ਦੀ ਆਦਤ ਨੂੰ ਨਹੀਂ ਛੱਡਦੇ। ਕਹਿੰਦਾ ਇਹਨੂੰ ਦੁਬਾਰਾ ਚਰਖੜੀ ਤੇ ਚਾੜ ਕੇ ਚਰਖੜੀ ਦਾ ਸਵਾਦ ਦੇ ਕੇ ਇੱਕ ਗੇੜਾ ਹੋਰ ਲਵਾਓ, ਫਿਰ ਵੇਖਦੇ ਆਂ ਸਿੱਖੀ ਛੱਡਦਾ ਕਿ ਨਹੀਂ ਛੱਡਦਾ। ਡਾਰ ਜਾਹੇ ਕੀ ਜਾਨ ਗਵਾਵੋ। ਸਿੱਖੀ ਤੇ ਦੁਬਾਰਾ ਗੇੜਾ ਦਿਓ, ਜੇ ਨਹੀਂ ਸਿੱਖੀ ਛੱਡਦਾ ਚਰਖੜੀ ਤੇ ਦੁਬਾਰਾ ਗੇੜਾ ਦਿਓ, ਜੇ ਸਿੱਖੀ ਨਹੀਂ ਛੱਡਦਾ ਤੇ ਫਿਰ ਇਹਦੀ ਜਾਨ ਉਹ ਖੋਹ ਲਓ, ਇਹਦੇ ਤੋਂ ਇਹਨੂੰ ਮੌਤ ਦੇ ਘਾਟ ਉਤਾਰ ਦੋ, ਕਿਉਂਕਿ ਮੈਂ ਦੁਬਾਰਾ ਇਹਦੇ ਮੂੰਹ ਦੇ ਵਿੱਚੋਂ ਵਾਹਿਗੁਰੂ ਗੁਰਮੰਤਰ ਦੀ ਆਵਾਜ਼ ਬਰਦਾਸ਼ਤ ਨਹੀਂ ਕਰਾਂਗਾ। ਨਵਾਬ ਦਾ ਹੁਕਮ ਸੁਣਿਆ। ਮੈਂ ਇੱਕ ਗੱਲ ਸੋਚਦਾ ਵੀ ਸਾਨੂੰ ਸਿੱਖੀ ਬਹੁਤ ਸਸਤੀ ਜਾਪਦੀ ਹੈ ਤੇ ਸਾਨੂੰ ਸਿੱਖੀ ਮਿਲੀ ਵੀ ਬਹੁਤ ਸਸਤੀ ਹੈ, ਪਰ ਜਿਨ੍ਹਾਂ ਨੇ ਸਿੱਖੀ ਕਮਾਈ ਹੈ, ਆ ਦਮਾਲਾ ਦਸਤਾਰ ਸਿਰ ਤੇ ਆਪਾਂ ਸਜਾ ਲੈਨੇ ਬਹੁਤ ਚੌੜੇ ਹੋ ਕਰਕੇ, ਪਰ ਇਹ ਦਸਤਾਰ ਇਹ ਦਮਾਲਾ ਜਿਨ੍ਹਾਂ ਨੇ ਕਮਾਇਆ ਉਹਨਾਂ ਨੂੰ ਪਤਾ ਵੀ ਕਿਸ ਤਰ੍ਹਾਂ ਕਮਾਇਆ ਜਾਂਦਾ। ਇਹ ਚੋਲਾ ਜਾਂ ਗਾਤਰਾ ਕੜਾ ਕਿਰਪਾਨ ਪਾਉਣਾ ਬਹੁਤ ਸੁੱਖ ਹੈ, ਪਰ ਜਿਨ੍ਹਾਂ ਨੇ ਕਮਾਇਆ ਹੋਵੇ ਜੀਵਨ ਵਿੱਚ, ਜਿਨ੍ਹਾਂ ਨੇ ਸਿੱਖੀ ਕਮਾ ਕੇ ਦੱਸੀ ਹੈ ਵੀ ਸਿੱਖੋ ਇਸ ਤਰ੍ਹਾਂ ਬੰਦ-ਬੰਦ ਵੀ ਕੱਟਿਆ ਜਾਵੇ, ਚਰਖੜੀ ਤੇ ਵੀ ਚਾੜਿਆ ਜਾਵੇ, ਪਰ ਫਿਰ ਵੀ ਕੇਸ ਨਾ ਕਤਲ ਕਰਵਾਇਓ, ਜਪਜੀ ਸਾਹਿਬ ਦਾ ਪਾਠ ਨਾ ਭੁਲਾਇਓ। ਇਹ ਉਹ ਗੁਰੂ ਕੇ ਸਿੱਖਾਂ ਦੀ ਕੁਰਬਾਨੀ ਸਦਕਾ ਅੱਜ ਗੁਰੂ ਕੇ ਸਿੱਖ ਚੜ੍ਹਦੀ ਕਲਾ ਨਾਲ ਵਿਚਰ ਰਹੇ ਨੇ। ਦੋਹਰਾ ਦੇ ਤੋ ਦੁੱਖ ਸੋ ਥੱਕ ਗਇਓ, ਰਹਿਓ ਨਾ ਔਰ ਉਪਾਏ। ਖਾਲਸਾ ਜੀ ਐਸੇ ਜ਼ੁਲਮੀ ਲੋਕ ਵੀ ਦੁੱਖ ਦੇ ਦੇ ਕੇ ਥੱਕ ਗਏ, ਹੋਰ ਕੋਈ ਦੁੱਖ ਨਜ਼ਰ ਨਾ ਆਇਆ, ਤਸੀਹਾ ਨਜ਼ਰ ਨਾ ਆਇਆ। ਕਹਿੰਦੇ ਸ਼ਹਿਬਾਜ਼ ਸਿੰਘ ਨੂੰ ਦੁੱਖ ਦੇ ਦੇ ਕੇ ਉਹਦੇ ਚੰਡਾਲ ਵੀ ਥੱਕ ਗਏ। ਤਬ ਬਾਲਕ ਕੀ ਚੁੱਪ ਭਾਇਓ, ਗਸ਼ੀ ਪਰਿਤ ਸੇ ਆਏ। ਭਾਈ ਸ਼ਹਿਬਾਜ਼ ਸਿੰਘ ਬੇਹੋਸ਼ੀ ਵਿੱਚ ਚਲੇ ਗਏ, ਚੁੱਪ ਹੋ ਗਏ, ਖਾਮੋਸ਼ ਹੋ ਗਏ, ਉਹ ਬੇਹੋਸ਼ ਹੋ ਗਏ। ਚਉ ਪਈ ਤਬ ਚੰਡਾਲ ਜਵਾਨ ਪੁਕਾਰਾ। ਤੇ ਚੰਡਾਲਾਂ ਨੇ ਆ ਕੇ ਫਿਰ ਨਵਾਬ ਨੂੰ ਦੱਸਿਆ ਅਬ ਭਇਓ ਬਾਲਕ ਮਰਨੇ ਵਾਰਾ, ਕਿ ਹੁਣ ਸ਼ਹਿਬਾਜ਼ ਸਿੰਘ ਮਰਨ ਕੰਡੇ ਹੈ, ਬੇਹੋਸ਼ੀ ਦੀ ਹਾਲਤ ਵਿੱਚ ਹੈ, ਇਸ ਤੋਂ ਵੱਧ ਦੁੱਖ ਹੁਣ ਕੀ ਦੇ ਸਕਦੇ ਹਾਂ। ਸੁਬੇਗ ਸਿੰਘ ਸੁਨ ਹੋਇਓ ਰਾਜੀ। ਤੇ ਵੇਖੋ ਜਦੋਂ ਪੁੱਤਰ ਦੀ ਬੇਹੋਸ਼ੀ ਦੀ ਖਬਰ ਭਾਈ ਸੁਬੇਗ ਸਿੰਘ ਨੂੰ ਮਿਲੀ, ਕਹਿੰਦੇ ਸੁਬੇਗ ਸਿੰਘ ਦੇ ਮਨ ਵਿੱਚ ਖੇੜਾ ਆ ਗਿਆ। ਸਤਿਗੁਰ ਰਾਖੀ ਹਮਰੀ ਲਾਜੀ। ਤੇ ਦੋਵੇਂ ਹੱਥ ਜੋੜ ਕੇ ਕਲਗੀਆਂ ਵਾਲੇ ਦੇ ਚਰਨਾਂ 'ਚ ਅਰਦਾਸ ਕੀਤੀ, ਪਾਤਸ਼ਾਹ ਤੂੰ ਮੇਰੀ ਲਾਜ ਰੱਖ ਲਈ, ਤੂੰ ਮੇਰੀ ਪੱਤ ਰੱਖ ਲਈ। ਕਹਿੰਦੇ ਅੱਜ ਸਤਿਗੁਰੂ ਨੇ ਆਪਣੇ ਨਮਾੜੇ ਸਿੱਖਾਂ ਦੀ ਲਾਜ ਰੱਖ ਲਈ। ਧੰਨ ਪੁੱਤਰ ਤਬ ਧਨ ਹੈ ਜਨਨੀ। ਪੁੱਤਰਾ ਸ਼ਹਿਬਾਜ਼ ਸਿਆਂ ਤੂੰ ਵੀ ਧੰਨ ਹੈ, ਤੈਨੂੰ ਜਨਮ ਦੇਣ ਵਾਲੀ ਤੇਰੀ ਮਾਂ ਵੀ ਧੰਨ ਹੈ,
ਜਿਹੜੀ ਤੈਨੂੰ ਐਸਾ ਸਿੱਖੀ ਸਿਦਕ ਸਿਖਾ ਕੇ ਗਈ ਹੈ। ਰਹਿਓ ਧਰਮ ਅਬ ਹਮਰੋ ਬਨ। ਕਿਉਂਕਿ ਤੇਰੀ ਮਾਂ ਦੀ ਸਿੱਖਿਆ ਦੇ ਨਾਲ ਸਾਡਾ ਧਰਮ ਰਹਿ ਗਿਆ, ਸਾਡੀ ਸਿੱਖੀ ਰਹਿ ਗਈ। ਸੁਬੇਗ ਸਿੰਘ ਕੋ ਸੋਚਤ ਆਇਓ। ਹੁਣ ਖਾਲਸਾ ਜੀ ਭਾਈ ਸੁਬੇਗ ਸਿੰਘ ਹੋਣਾ ਦੇ ਮਨ ਵਿੱਚ ਆਇਆ ਕਿਸੇ ਬਾਪ ਨੇ ਪੁੱਤਰ ਚਿਰਾਇਓ। ਕਿ ਸਮਾਂ ਸੀ ਧੰਨ ਗੁਰੂ ਗੋਬਿੰਦ ਸਿੰਘ ਦੇ ਸਾਹਮਣੇ, ਅੱਖਾਂ ਦੇ ਸਾਹਮਣੇ ਕਲਗੀਆਂ ਵਾਲੇ ਪਾਤਸ਼ਾਹ ਦੇ ਬਾਬਾ ਅਜੀਤ ਸਿੰਘ ਦੇ ਸਰੀਰ ਵਿੱਚ 300 ਤੋਂ ਵੱਧ ਤੀਰ ਲੱਗੇ ਸੀ। ਭਾਈ ਸਾਹਿਬਜ਼ਾਦਾ ਬਾਬਾ ਜੁਝਾਰ ਸਿੰਘ, ਉਹਨਾਂ ਦੇ ਸਰੀਰ ਦੇ ਉੱਤੇ ਹਾਥੀ ਦੇ ਪੈਰ ਰਖਵਾ ਦਿੱਤੇ ਗਏ ਸੀ। ਭਾਈ ਸੁਬੇਗ ਸਿੰਘ ਕਹਿੰਦਾ, ਕਲਗੀਆਂ ਵਾਲੇ ਤੂੰ ਧੰਨ ਹੈ, ਐਸੇ ਪੂਰਨੇ ਪਾ ਕੇ ਗਿਆ ਤੇ ਅੱਜ ਆਪਣੇ ਸਿੱਖਾਂ ਨੂੰ ਵੀ ਸਿਦਕ ਨਿਭਾਉਣ ਦਾ ਤੂੰ ਬਲ ਬਖਸ਼ਿਆ ਹੈ। ਤਬ ਨਵਾਬ ਨੇ ਨੀਰ ਮੰਗਾਇਓ। ਸ਼ਹਿਬਾਜ਼ ਸਿੰਘ ਬੇਹੋਸ਼ੀ ਦੀ ਹਾਲਤ ਵਿੱਚ ਕਚਹਿਰੀ ਵਿੱਚ ਪਿਆ ਤੇ ਨਵਾਬ ਕਹਿੰਦਾ ਵੀ ਜਲ ਭਰ ਕੇ ਲਿਆਓ। ਕੁਛ ਛਿੜਕਿਓ ਕਿਛ ਮੁਖ ਤਿਸ ਪਾਇਓ। ਤੇ ਸ਼ਹਿਬਾਜ਼ ਸਿੰਘ ਦੇ ਅੱਖਾਂ ਦੇ ਉੱਤੇ ਜਲ ਦੇ ਛਿੱਟੇ ਮਾਰਦਾ ਹੈ ਵੀ ਹੋਸ਼ ਵਿੱਚ ਆਵੇ, ਤੇ ਕੁਝ ਜਲ ਉਹਦੇ ਮੂੰਹ ਵਿੱਚ ਪਾਉਂਦਾ ਹੈ। ਤਬ ਕੁਛ ਜੀਵ ਦੇਹ ਮੈਂ ਆਇਆ। ਕਹਿੰਦੇ ਜਦੋਂ ਜਲ ਛਿੜਕਿਆ, ਪਾਣੀ ਛਿੜਕਿਆ, ਸ਼ਹਿਬਾਜ਼ ਸਿੰਘ ਥੋੜੀ ਜਿਹੀ ਹੋਸ਼ ਵਿੱਚ ਆਏ। ਦੇਖਿਆ ਦਿਲਾਸਾ ਤਬੈ ਬੁਲਾਇਆ। ਤੇ ਨਵਾਬ ਸੋਚਦਾ ਵੀ ਇੱਕ ਵਾਰ ਫਿਰ ਪੁੱਛ ਲਵਾਂ, ਤੇ ਖਾਲਸਾ ਜੀ ਫਿਰ ਦੁਬਾਰਾ ਸ਼ਹਿਬਾਜ਼ ਸਿੰਘ ਨੂੰ ਪੁੱਛਦਾ ਹੈ, ਅਬ ਤੁਮ ਜਨਮ ਭਇਓ ਹੈ ਨਇਓ। ਸ਼ਹਿਬਾਜ਼ ਸਿਆਂ, ਤੈਨੂੰ ਨਵਾਂ ਜਨਮ ਮਿਲਿਆ, ਤੈਨੂੰ ਨਵੀਂ ਜ਼ਿੰਦਗੀ ਮਿਲੀ ਹੈ। ਨਹੀਂ ਦੋਸ਼ ਤੁਧ ਦੀਨ ਬਚਾਇਓ। ਤੇਰਾ ਕੋਈ ਦੋਸ਼ ਨਹੀਂ, ਪਰ ਮੇਰੀ ਮਜਬੂਰੀ ਹੈ। ਜੇ ਤੂੰ ਦੀਨੇ ਮਜਬ ਕਬੂਲ ਨਾ ਕੀਤਾ, ਤੈਨੂੰ ਦੁੱਖ ਦੇਣੇ ਪੈਣੇ, ਤਸੀਹੇ ਦੇਣੇ ਪੈਣੇ ਨੇ। ਮੁਸਲਮਾਨ ਹਿੰਦੂ ਜੋ ਭਏ। ਇਸ ਕਰਕੇ ਜਿਹੜੇ ਹਿੰਦੂ, ਜਿਹੜੇ ਮੁਸਲਮਾਨ ਹੋ ਗਏ, ਮੌਤ ਤੋਂ ਡਰਦੇ, ਤੂੰ ਉਹਨਾਂ ਵੱਲ ਵੇਖ। ਨਵਾਬ ਮੰਗਾਏ ਖੜੇ ਢਿੱਗ ਕਏ। ਜਿਹੜੇ ਹਿੰਦੂ ਮੌਤ ਤੋਂ ਡਰਦੇ ਮੁਸਲਮਾਨ ਹੋ ਗਏ ਸੀ, ਨਵਾਬ ਨੇ ਉਹ ਕਚਹਿਰੀ ਵਿੱਚ ਬੁਲਾ ਲਏ, ਸ਼ਹਿਬਾਜ਼ ਸਿੰਘ ਦੀਆਂ ਅੱਖਾਂ ਸਾਹਮਣੇ ਖੜੇ ਕਰ ਦਿੱਤੇ ਤੇ ਉਹਨਾਂ ਨੂੰ ਕਿਹਾ ਵੀ ਇਹ ਬੱਚਾ ਤੁਹਾਡੇ ਸਾਹਮਣੇ ਹੈ, ਇਹਨੂੰ ਵੀ ਆਪਣੀਆਂ ਗੱਲਾਂ ਵਿੱਚ ਬਰਗਲਾਓ, ਇਹਨੂੰ ਵੀ ਸਮਝਾਓ ਕਿ ਦੀਨੇ ਮਜਬ ਕਬੂਲ ਕਰ ਲਵੇ। ਤਿੰਨ ਬਾਲਕ ਕੋ ਬਾਤਨ ਲਾਇਆ। ਕਚਹਿਰੀ ਵਿੱਚ ਆਏ ਉਹ ਜਿਨ੍ਹਾਂ ਨੇ ਧਰਮ ਪਰਿਵਰਤਨ ਕਰ ਲਿਆ, ਕਹਿੰਦੇ ਉਹਨਾਂ ਨੇ ਵੀ ਆ ਕਰਕੇ ਖਾਲਸਾ ਜੀ ਫਿਰ ਸ਼ਹਿਬਾਜ਼ ਸਿੰਘ ਨੂੰ ਆਪਣੀਆਂ ਗੱਲਾਂ ਵਿੱਚ ਲਾਇਆ। ਮੁਸਲਮਾਨ ਤਿਨ ਕੌਣ ਕਹਾਇਆ। ਕਹਿੰਦੇ ਨੇ ਕਿ ਤੂੰ ਇਹ ਦੀਨੇ ਮਜਬ ਕਬੂਲ ਕਰ ਲੈ, ਇਸਲਾਮ ਮਤ ਵਿੱਚ ਆ ਜਾ। ਕੁਛ ਸੁਧ ਕੱਚ ਬੇਸੁੱਧ ਕੋ ਹੋਤੇ। ਹੁਣ ਕਹਿੰਦੇ ਭਾਈ ਸਾਹਿਬ, ਭਾਈ ਰਤਨ ਸਿੰਘ ਭੰਗੂ ਕਹਿੰਦੇ, ਉਧਰੋਂ ਭਾਈ ਸ਼ਹਿਬਾਜ਼ ਸਿੰਘ, ਉਹ ਕਹਿੰਦੇ ਅੱਧ ਬੇਹੋਸ਼ੀ ਹਾਲਤ ਵਿੱਚ ਨੇ, ਕਦੇ ਹੋਸ਼ ਵਿੱਚ ਤੇ ਕਦੇ ਫਿਰ ਬੇਹੋਸ਼ੀ ਵਿੱਚ। ਇਸ ਤਰ੍ਹਾਂ ਕਹਿੰਦੇ ਉਹਨਾਂ ਲੋਕਾਂ ਦੀਆਂ ਗੱਲਾਂ ਸੁਣ ਰਹੇ ਨੇ। ਕਹਿਓ ਮੁਖ ਤੇ ਆਵਤ ਗੋਤੇ। ਖਾਲਸਾ ਜੀ ਗੋਤੇ ਖਾ ਰਹੇ, ਭਾਵ ਸਾਹ ਔਖੇ ਹੋ ਰਹੇ ਭਾਈ ਸ਼ਹਿਬਾਜ਼ ਸਿੰਘ ਦੇ। ਤਬ ਨਵਾਬ ਨੇ ਭਲੀ ਮਨਾਈ। ਤੇ ਕਹਿੰਦੇ ਜਦੋਂ ਉਹਨਾਂ ਦੇ ਸਾਹ ਔਖੇ ਹੋਏ ਨਾ, ਤੇ ਕਹਿੰਦੇ ਉਧਰੋਂ ਲੋਕ ਪੁੱਛ ਰਹੇ ਸੀ ਵੀ ਦੀਨੇ ਮਜਬ ਕਬੂਲ ਕਰ ਲੈ, ਬਚ ਜਾਵੇਂਗਾ। ਕਹਿੰਦੇ ਸ਼ਹਿਬਾਜ਼ ਸਿੰਘ ਦੇ ਮੁਖ ਦੇ ਵਿੱਚੋਂ ਇੱਕ ਵਾਰ ਨਿਕਲ ਗਿਆ ਕਬੂਲ ਹੈ। ਤੇ ਜਦੋਂ ਇਹ ਨਿਕਲਿਆ, ਨਵਾਬ ਦੇ ਕੰਨਾਂ ਵਿੱਚ ਪੈ ਗਿਆ ਵੀ ਇਹ ਸ਼ਹਿਬਾਜ਼ ਸਿੰਘ ਤਾਂ ਮੰਨ ਗਿਆ, ਇਹਨੇ ਤਾਂ ਦੀਨੇ ਮਜਬ ਕਬੂਲ ਕਰ ਲਿਆ। ਬੜਾ ਖੁਸ਼ ਹੋਇਆ। ਆਵਾਂ ਦੀਨ ਜੋ ਲਿਓ ਕਹਾਈ। ਕਹਿੰਦਾ ਚਲੋ ਇਹ ਤਾਂ ਦੀਨੇ ਮਜਬ ਕਬੂਲ ਕਰ ਗਿਆ, ਇਹਦੇ ਪਿਓ ਨਾਲ ਗੱਲ ਕਰੀਏ। ਭਰਮਾਏ ਲਿਓ ਬਹੁਤ ਦੁੱਖ ਦਿਖਾਈ। ਖਾਲਸਾ ਜੀ ਇਸ ਤਰ੍ਹਾਂ ਕਹਿੰਦੇ, ਨਵਾਬ ਖੁਸ਼ ਹੋ ਗਿਆ ਵੀ ਦੁੱਖ ਦੇ ਕੇ ਮੈਂ ਤਾਂ ਇਹ ਬੱਚੇ ਨੂੰ ਆਪਣੇ ਭਰਮ ਜਾਲ ਵਿੱਚ ਪਾ ਲਿਆ। ਸੁਬੇਗ ਸਿੰਘ ਨੇ ਯੋ ਸੁਨ ਪਾਈ। ਤੇ ਜਦੋਂ ਭਾਈ ਸੁਬੇਗ ਸਿੰਘ ਨੂੰ ਪਤਾ ਲੱਗਾ ਵੀ ਭਾਈ ਸ਼ਹਿਬਾਜ਼ ਸਿੰਘ ਨੂੰ, ਮੇਰੇ ਪੁੱਤਰ ਨੂੰ ਗੱਲਾਂ ਵਿੱਚ ਲਾ ਕਰਕੇ ਇਹਨਾਂ ਨੇ ਕਬੂਲ ਹੈ ਮੂੰਹ ਦੇ ਵਿੱਚੋਂ ਨਿਕਲਵਾ ਲਿਆ ਹੈ। ਦੋਹਰਾ ਸੁਬੇਗ ਸਿੰਘ ਅਚਰਜ ਭਇਓ, ਬਹੁ ਦੁੱਖ ਪਾਇਓ ਚਿੱਤ। ਭਾਈ ਸੁਬੇਗ ਸਿੰਘ ਬੜੇ ਹੈਰਾਨ ਹੋਏ, ਮਨ ਦੇ ਵਿੱਚ ਬਹੁਤ ਦੁਖੀ ਵੀ ਹੋਏ। ਨਵਾਬ ਬੁਲਾਏ ਦਿਖਾ ਲਿਓ, ਦੀਨ ਆਵੇ ਤੁਝ ਪੁੱਤ। ਤੇ ਨਵਾਬ ਕਹਿਣ ਲੱਗਾ, ਸ਼ਹਿਬਾਜ਼ ਸੁਬੇਗ ਸਿੰਘ, ਤੇਰਾ ਪੁੱਤਰ ਸ਼ਹਿਬਾਜ਼ ਸਿੰਘ ਉਹ ਸਾਡੀਆਂ ਗੱਲਾਂ ਨੂੰ ਕਬੂਲ ਕਰ ਰਿਹਾ ਹੈ। ਚੌਪਾਈ ਸੁਬੇਗ ਸਿੰਘ ਕਹਿਓ ਸੁਤ ਕੀ ਭਇਓ। ਤੇ ਭਾਈ ਸੁਬੇਗ ਸਿੰਘ ਜੀ ਕਹਿੰਦੇ, ਐਸਾ ਕੀ ਮੇਰੇ ਪੁੱਤਰ ਨੂੰ ਹੋ ਗਿਆ। ਬਾਲ ਕਹੈ ਦੁੱਖ ਸਹਿਓ ਨਾ ਗਇਓ। ਤੇ ਨਵਾਬ ਕਹਿੰਦਾ, ਤੇਰੇ ਪੁੱਤਰ ਤੋਂ ਦੁੱਖ ਨਹੀਂ ਸਹਿ ਹੋਏ,
ਮੈਂ ਦੁੱਖ ਹੀ ਬੜੇ ਦਿੱਤੇ ਉਹ ਖੁਦ ਕਬੂਲ ਕਰ ਗਿਆ। ਸੁਬੇਗ ਸਿੰਘ ਸੁਨ ਹਵੈ ਗਇਓ ਚੁੱਪ, ਭਾਈ ਸੁਬੇਗ ਸਿੰਘ ਨਵਾਬ ਦੀ ਗੱਲ ਸੁਣ ਕੇ ਚੁੱਪ ਹੋ ਗਏ ਯਹ ਕਹਾ ਭਇਓ ਰਹਿਓ ਸਿੰਘ ਰੂਪ। ਕਿ ਇਹ ਕਿਸ ਤਰ੍ਹਾਂ ਹੋ ਸਕਦਾ, ਗੁਰੂ ਕਾ ਸਿੰਘ ਕਦੇ ਦੁੱਖਾਂ ਤੋਂ ਡਰ ਕੇ ਸਿੱਖੀ ਨਹੀਂ ਛੱਡਦਾ। ਫੇਰ ਸਿੰਘ ਕੈ ਯਹ ਜੀ ਆਈ, ਭਾਈ ਸੁਬੇਗ ਸਿੰਘ ਦੇ ਮਨ ਵਿੱਚ ਫਿਰ ਇੱਕ ਫੁਰਨਾ ਆਇਆ। ਦੇਖੋ ਅਬ ਮੈਂ ਪਾਸ ਬੁਲਾਈ। ਨਵਾਬ ਨੂੰ ਕਹਿੰਦਾ ਮੇਰੇ ਪੁੱਤਰ ਨੂੰ ਮੇਰੇ ਮੂੰਹ ਤੇ ਲਿਆ, ਮੈਂ ਫਿਰ ਮੰਨਾਂਗਾ। ਜਦੋਂ ਤੱਕ ਮੇਰੇ ਮੂੰਹ ਤੇ ਨਹੀਂ ਆਉਂਦਾ ਮੈਂ ਉਦੋਂ ਤੱਕ ਤੇਰੀ ਗੱਲ ਤੇ ਯਕੀਨ ਨਹੀਂ ਕਰਾਂਗਾ। ਦੇਖੋ ਕੈਸੇ ਕਲਮਾ ਕਹੈ, ਮੈਂ ਵੇਖਾਂ ਕਿ ਮੇਰਾ ਪੁੱਤਰ ਕਿਵੇਂ ਕਲਮਾ ਪੜਦਾ ਹੈ। ਗੁਰੂ ਨਾਮ ਕਿਮ ਭੁੱਲਿਆ ਚਾਹੈ, ਉਹ ਕਿਸ ਤਰ੍ਹਾਂ ਗੁਰੂ ਦੇ ਦੱਸੇ ਨਾਮ ਨੂੰ ਭੁੱਲ ਸਕਦਾ ਹੈ। ਨਵਾਬੈ ਤੈ ਲਿਓ ਪਾਸ ਬੁਲਾਈ। ਨਵਾਬ ਖਾਨ ਬਹਾਦਰ ਨੇ ਕਿਹਾ ਆਪਣੇ ਚੰਡਾਲਾਂ ਨੂੰ ਕਿ ਇਹਦੇ ਪੁੱਤਰ ਨੂੰ ਸ਼ਹਿਬਾਜ਼ ਸਿੰਘ ਨੂੰ ਪਕੜ ਕੇ ਰਗੜ ਕੇ ਘਸੀਟ ਕੇ ਇਹਦੇ ਸਾਹਮਣੇ ਲਿਆਓ। ਸੁਬੇਗ ਸਿੰਘ ਨੇ ਤਿਹ ਸਮਝਾਈ। ਖਾਲਸਾ ਜੀ ਜਦੋਂ ਭਾਈ ਸ਼ਹਿਬਾਜ਼ ਸਿੰਘ ਨੂੰ ਸੁਬੇਗ ਸਿੰਘ ਦੇ ਸਾਹਮਣੇ ਲਿਆਂਦਾ ਗਿਆ, ਸਤਿਗੁਰ ਨਾਮ ਕਿਉ ਦਿਓ ਭੁਲਾਈ। ਭਾਈ ਸੁਬੇਗ ਸਿੰਘ ਕਹਿੰਦੇ ਪੁੱਤਰਾ ਤੂੰ ਸਤਿਗੁਰਾਂ ਦਾ ਨਾਮ ਕਿਉਂ ਭੁਲਾ ਦਿੱਤਾ। ਤੈਂ ਪਰ ਕਿਨ ਤਲਵਾਰ ਚਲਾਈ, ਕਿੰਨੇ ਤੇਰੇ ਗਰਦਨ ਦੇ ਉੱਤੇ ਤਲਵਾਰ ਚਲਾਈ ਸੀ। ਦੋਹਰਾ ਦੇਖਿਓ ਮਸਤਕ ਧਿਆਨ ਧਰ, ਹੋਣ ਲਿਖਿਓ ਮੁਸਲਮਾਨ। ਜਦੋਂ ਖਾਲਸਾ ਜੀ ਭਾਈ ਸ਼ਹਿਬਾਜ਼ ਸਿੰਘ ਬੜੇ ਬੇਹੋਸ਼ੀ ਦੀ ਹਾਲਤ ਵਿੱਚ ਵੇਖਿਆ ਭਾਈ ਸੁਬੇਗ ਸਿੰਘ ਨੇ ਸਾਰੇ ਸਰੀਰ ਚੋਂ ਲਹੂ ਵਗ ਰਿਹਾ। ਭਾਈ ਸ਼ਹਿਬਾਜ਼ ਸਿੰਘ ਦੇ ਕੰਨ ਪਾਟੇ ਪਏ, ਭਾਈ ਸ਼ਹਿਬਾਜ਼ ਸਿੰਘ ਦੀਆਂ ਨਾਸਾਂ ਵੀ ਪਾਟੀਆਂ ਪਈਆਂ। ਕਹਿੰਦੇ ਸਰੀਰ ਦੇ ਵਿੱਚ 100 ਤੋਂ ਵੱਧ ਲੋਹੇ ਦੇ ਸੂਲਾਂ ਖੁੱਭੀਆਂ ਪਈਆਂ। ਉਦੋਂ ਫਿਰ ਭਾਈ ਸੁਬੇਗ ਸਿੰਘ ਆਪਣੇ ਪੁੱਤਰ ਸ਼ਹਿਬਾਜ਼ ਸਿੰਘ ਦੇ ਮਸਤਕ ਵੱਲ ਧਿਆਨ ਲਾ ਕਰਕੇ ਵੇਖਦਾ ਹੈ। ਸੁਬੇਗ ਸਿੰਘ ਸਿਰ ਫੇਰਿਓ, ਲੱਗਿਓ ਸੋ ਪਛੋਤਾਨ। ਖਾਲਸਾ ਜੀ ਵੇਖਿਆ ਇਹ ਜਿਹੜੀ ਮਸਤਕ ਦੀ ਕਰਮ ਰੇਖਾ ਸੀ ਨਾ, ਕਰਮ ਰੇਖਾ, ਇਸ ਕਰਮ ਰੇਖਾ ਦੇ ਉੱਤੇ ਇੱਕ ਮਾੜਾ ਕਰਮ ਲਿਖਿਆ ਹੋਇਆ ਸੀ। ਜਿਸ ਮਾੜੇ ਕਰਮ ਦੇ ਕਾਰਨ ਮੁਖ ਦੇ ਵਿੱਚੋਂ ਕਬੂਲ ਨਿਕਲ ਗਿਆ। ਜਦੋਂ ਬੰਦੇ ਦਾ ਮਾੜਾ ਕਰਮ ਅੱਗੇ ਆ ਜਾਵੇ, ਮਾੜਾ ਕਰਮ ਅੱਗੇ ਆ ਜਾਵੇ, ਬੰਦਾ ਚੰਗਾ ਕੰਮ ਕਰਦਾ ਕਰਦਾ ਵੀ ਦੂਰ ਹੋ ਜਾਂਦਾ। ਕਹਿੰਦੇ ਭਾਈ ਸੁਬੇਗ ਸਿੰਘ ਨੇ ਜਦੋਂ ਮਸਤਕ ਦੀ ਕਰਮ ਰੇਖਾ ਨੂੰ ਵੇਖਿਆ ਤੇ ਫਿਰ ਭਾਈ ਸੁਬੇਗ ਸਿੰਘ ਨੇ ਗੁਰੂ ਰਾਮਦਾਸ ਜੀ ਦੇ ਚਰਨਾਂ ਵਿੱਚ ਅਰਦਾਸ ਕੀਤੀ। ਚਾਓ ਭਾਈ ਸੁਬੇਗ ਸਿੰਘ ਲਿਓ ਮਸਤਕ ਦੇਖ। ਭਾਈ ਸੁਬੇਗ ਸਿੰਘ ਹੋਣੀ ਭਾਈ ਸ਼ਹਿਬਾਜ਼ ਸਿੰਘ ਦੇ ਕੋਲ ਗਏ, ਮਸਤਕ ਨੂੰ ਨਿਗਾਹ ਭਰ ਕੇ ਵੇਖਿਆ ਤੇ ਜਪਜੀ ਸਾਹਿਬ ਦਾ ਪਾਠ ਸ਼ੁਰੂ ਕਰ ਦਿੱਤਾ। ਇਹ ਸੱਚੀ ਗੱਲ ਹੈ। ਜਿੱਡਾ ਮਰਜ਼ੀ ਦੁੱਖ ਹੋਵੇ, ਮਾੜਾ ਕਰਮ ਹੋਵੇ, ਗੁਰੂ ਕਾ ਸਿੱਖ ਜਪਜੀ ਸਾਹਿਬ ਦਾ ਪਾਠ ਨਾ ਭੁੱਲੇ। ਜਪਜੀ ਸਾਹਿਬ ਦੇ ਪਾਠ ਦਾ ਅਭਿਆਸੀ ਹੋਵੇ। ਖਾਲਸਾ ਜੀ ਜਪਜੀ ਸਾਹਿਬ ਦਾ ਪਾਠ ਜਨਮਾਂ ਜਨਮਾਂ ਦੇ ਦੁੱਖਾਂ ਨੂੰ ਕੱਟਣ ਦੀ ਤਾਕਤ ਰੱਖਦਾ। ਭਾਈ ਸੁਬੇਗ ਸਿੰਘ ਨੇ ਮਸਤਕ ਵੱਲ ਵੇਖ ਕੇ ਜਪਜੀ ਸਾਹਿਬ ਦਾ ਪਾਠ ਸ਼ੁਰੂ ਕਰ ਦਿੱਤਾ। ਮੁਸਲਮਾਨ ਹੁਣ ਲਿਖਿਓ ਲੇਖ, ਕਿ ਭਾਈ ਸੁਬੇਗ ਸਿੰਘ ਨੇ ਅਰਦਾਸ ਕੀਤੀ ਪਾਠ ਕਰਕੇ, ਗੁਰੂ ਰਾਮਦਾਸ ਸੱਚੇ ਪਾਤਸ਼ਾਹ ਹਰਜੂ ਰਾਖ ਲਿਓ ਪਤ ਮੇਰੀ, ਜਮ ਕੋ ਤਰਾਸ ਭਇਓ ਔਰ ਅੰਤਰ ਸ਼ਰਨ ਗਹੀ ਕਿਰਪਾਨ ਨੇ ਤੇਰੀ। ਪਾਤਸ਼ਾਹ ਤੂੰ ਸਾਡੀ ਲਾਜ ਰੱਖ ਲੈ। ਤਬ ਤਿਨ ਪਨਹੀ ਪਗੋਂ ਤਾਰੀ। ਕਹਿੰਦੇ ਗੁਰੂ ਰਾਮਦਾਸ ਦੇ ਘਰ ਨਾ ਇੰਨਾ ਕਿ ਪਿਆਰ ਸੀ ਹਰਮੰਦਰ ਸਾਹਿਬ ਭਾਈ ਸੁਬੇਗ ਸਿੰਘ ਦਾ। ਰੋਜ਼ਾਨਾ ਲਾਹੌਰ ਤੋਂ ਜਾਣਾ ਤੇ ਹਰਮੰਦਰ ਸਾਹਿਬ ਜਾ ਕੇ ਮੱਥਾ ਟੇਕਣਾ। ਤੇ ਹਰਮੰਦਰ ਸਾਹਿਬ ਜਿਹੜੀ ਸੰਗਤਾਂ ਦੇ ਚਰਨਾਂ ਦੀ ਧੂੜੀ ਹੁੰਦੀ ਸੀ ਨਾ, ਉਹ ਧੂੜੀ ਇਕੱਠੀ ਕਰਕੇ ਲੈ ਆਉਂਦੇ ਸੀ। ਤੇ ਹਰ ਪਲ ਭਾਈ ਸੁਬੇਗ ਸਿੰਘ ਗੁਰੂ ਰਾਮਦਾਸ ਦੇ ਘਰ ਦੀ ਧੂੜੀ ਆਪਣੇ ਕੋਲ ਰੱਖਿਆ ਕਰਦੇ ਸੀ, ਇੱਕ ਪੋਟਲੀ ਵਿੱਚ ਬੰਨ੍ਹ ਕੇ। ਕਹਿੰਦੇ ਭਾਈ ਸੁਬੇਗ ਸਿੰਘ ਨੇ ਉਹ ਗੁਰੂ ਰਾਮਦਾਸ ਦੇ ਘਰ ਦੀ ਧੂੜੀ ਪੋਟਲੀ ਦੇ ਵਿੱਚੋਂ ਕੱਢ ਕੇ ਭਾਈ ਸ਼ਹਿਬਾਜ਼ ਸਿੰਘ ਦੇ ਮਸਤਕ ਤੇ ਲਾ ਦਿੱਤੀ। ਚਰਨ ਛੁਹਾਏ ਦਇਓ ਇੱਕ ਬਾਰੀ। ਖਾਲਸਾ ਜੀ ਭਾਈ ਸ਼ਹਿਬਾਜ਼ ਸਿੰਘ ਦੇ ਮਸਤਕ ਦੇ ਉੱਤੇ ਜਦੋਂ ਗੁਰੂ ਰਾਮਦਾਸ ਦੇ ਘਰ ਦੀ ਧੂੜੀ ਲਾਈ ਤੇ ਅਰਦਾਸ ਕੀਤੀ ਹੈ ਕਿ ਅਰਦਾਸ ਪਾਠ ਕੀਰਤ ਕੀ, ਗੁਰੂ ਰਾਮਦਾਸ ਰਾਖੋ ਸਰਨਾਈ ਏ ਸੋਢੀ ਸੁਲਤਾਨ ਸੱਚੇ ਪਾਤਸ਼ਾਹ। ਅੱਜ ਮੇਰੇ ਪੁੱਤਰ ਦਾ ਇੱਕ ਮਾੜਾ ਕਰਮ ਹੈ, ਉਹ ਕਰਮ ਕੱਟ ਦੇ। ਉਹ ਕਰਮ ਕੱਟਣ ਵਿੱਚ ਤਾਕਤ ਤੁਹਾਡੇ ਕੋਲ ਹੈ। ਕਰਮ ਕੱਟਿਆ ਜਾਵੇ, ਮੇਰੇ ਪੁੱਤਰ ਦੀ ਜ਼ਿੰਦਗੀ ਚਲੀ ਜਾਵੇ, ਪਰ ਪਾਤਸ਼ਾਹ ਇਹ ਸਿੱਖੀ ਤੋਂ ਦੂਰ ਨਾ ਹੋਵੇ। ਅਕਾਲ ਅਕਾਲ ਕਹਿ ਬਚਨ ਉਚਾਰ। ਅਰਦਾਸ ਕਰਕੇ ਭਾਈ ਸੁਬੇਗ ਸਿੰਘ ਨੇ ਸਤਿ ਸ੍ਰੀ ਅਕਾਲ ਦਾ ਜਕਾਰਾ ਗਜਾਇਆ। ਮੇਟਿਓ ਖਾਲਸੇ ਲੇਖ ਬਿਕਾਰਾ। ਖਾਲਸਾ ਜੀ
ਕਿਰਪਾ ਹੋ ਗਈ। ਗੁਰੂ ਰਾਮਦਾਸ ਦੇ ਘਰ ਦੀ ਧੂੜੀ ਨੇ ਮਸਤਕ ਦਾ ਲੇਖ ਮਿਟਾ ਦਿੱਤਾ। ਜਿਹੜਾ ਮਾੜਾ ਕਰਮ ਸੀ ਨਾ, ਉਹ ਮਾੜਾ ਕਰਮ ਮਿਟ ਗਿਆ। ਸਤਨਾਮ ਕਹਿ ਕਰਤਾ ਪੁਰਖ, ਮੂਲ ਮੰਤਰ ਕਿਹਾ। ਜਦੋਂ ਮਸਤਕ ਦੇ ਉੱਤੇ ਗੁਰੂ ਰਾਮਦਾਸ ਦੇ ਘਰ ਦੀ ਧੂੜੀ ਲਾਈ, ਸ਼ਹਿਬਾਜ਼ ਸਿੰਘ ਦੇ ਮੁਖ ਦੇ ਵਿੱਚੋਂ ਨਿਕਲਿਆ ਇੱਕ ਓੰਕਾਰ, ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸੈਭੰ ਗੁਰ ਪ੍ਰਸਾਦ ਜਪ ਆਦ ਸੱਚ ਜੁਗਾਦ ਸੱਚ ਹੈ ਭੀ ਸੱਚ ਨਾਨਕ ਹੋਸੀ ਭੀ ਸੱਚ। ਕਹਿੰਦੇ ਜਦੋਂ ਉਸ ਘਰ ਦੀ ਧੂੜੀ ਨੇ ਮਸਤਕ ਦੇ ਲੇਖ ਮਿਟਾ ਦਿੱਤੇ, ਭਾਈ ਸ਼ਹਿਬਾਜ਼ ਸਿੰਘ ਦੇ ਮੁਖ ਦੇ ਵਿੱਚੋਂ ਮੂਲ ਮੰਤਰ ਨਿਕਲਿਆ। ਮੈਂ ਇਸ ਕਰਕੇ ਬੇਨਤੀ ਕਰਦਾ ਵੀ ਇਹ ਗੁਰੂ ਘਰ ਦੀ, ਧੰਨ ਗੁਰੂ ਰਾਮਦਾਸ ਦੇ ਘਰ ਦੀ ਧੂੜੀ ਦਾ ਮੁਕਾਬਲਾ ਦੁਨੀਆ ਦੀ ਦੌਲਤ ਨਹੀਂ ਕਰ ਸਕਦੀ। ਭਾਈ ਨੰਦ ਲਾਲ ਸਾਹਿਬ ਦੇ ਬਚਨ ਨੇ, ਚਿਹ ਗੰਗਾ ਮੁਕਾਬਲ ਬਾ ਅੰਮ੍ਰਿਤ ਸਰਸ਼ ਕੇ ਹਰ ਸਾਸ ਤੋਂ ਆਮਦਹਿ ਢਾਕਰਸ਼। ਗੁਰੂ ਕਿਉ ਸਿੱਖੋ, ਸੋਨਾ ਵੀ ਹੋਵੇ, ਕੀਮਤੀ ਤੋਂ ਕੀਮਤੀ ਸੋਨਾ ਵੀ ਗੁਰੂ ਰਾਮਦਾਸ ਦੇ ਘਰ ਦੀ ਧੂੜੀ ਦੀ ਬਰਾਬਰੀ ਨਹੀਂ ਕਰ ਸਕਦਾ। ਕਿਉਂ? ਕਹਿੰਦੇ ਸੋਨਾ ਲੋਕ ਸਰੀਰ ਤੇ ਪਾਉਂਦੇ ਨੇ, ਜਿੰਨਾ ਮਰਜੀ ਕੀਮਤੀ ਸੋਨਾ ਹੋਵੇ, ਸੋਨਾ ਕਿਸੇ ਦਾ ਦੁੱਖ ਨਹੀਂ ਕੱਟਦਾ, ਕਿਸੇ ਦੇ ਮਾੜੇ ਲੇਖ ਨਹੀਂ ਮਿਟਾਉਂਦਾ। ਪਰ ਗੁਰੂ ਰਾਮਦਾਸ ਦੇ ਘਰ ਦੀ ਧੂੜੀ ਦੇ ਵਿੱਚ ਤਾਕਤ ਹੈ। ਕੋਈ ਹਰਮੰਦਰ ਸਾਹਿਬ ਦੀ ਧੂੜੀ ਆਪਣੇ ਮਸਤਕ ਨਾਲ ਲਾ ਲਵੇ, ਹਰਮੰਦਰ ਸਾਹਿਬ ਦੇ ਘਰ ਦੀ ਧੂੜੀ ਖਾਲਸਾ ਜੀ ਦੁੱਖ ਕੱਟ ਦਿੰਦੀ ਹੈ। ਗੁਰੂ ਰਾਮਦਾਸ ਦੇ ਘਰ ਦੀ ਧੂੜੀ ਮਾੜੇ ਲੇਖ ਵੀ ਮਿਟਾ ਦਿੰਦੀ ਹੈ। ਇਹ ਤਾਕਤ ਹੈ ਗੁਰੂ ਰਾਮਦਾਸ ਸੱਚੇ ਪਾਤਸ਼ਾਹ ਦੇ ਘਰ ਦੇ ਅੰਦਰ। ਇਸੇ ਕਰਕੇ ਗੁਰੂ ਨਾਨਕ ਦੇ ਘਰ ਵਿੱਚ ਜੋੜੇ ਘਰ ਦੀ ਸੇਵਾ ਨੂੰ ਸਭ ਤੋਂ ਮਹਾਨ ਸੇਵਾ ਮੰਨਿਆ। ਗੁਰੂ ਅਰਜਨ ਦੇਵ ਸੱਚੇ ਪਾਤਸ਼ਾਹ ਸੰਗਤਾਂ ਦੇ ਜੋੜੇ ਝਾੜਦੇ ਰਹੇ। ਖਾਲਸਾ ਜੀ ਇਸ ਤਰ੍ਹਾਂ ਜਦੋਂ ਮਸਤਕ ਦੇ ਉਹ ਮਾੜੇ ਕਰਮ ਮਿਟ ਗਏ, ਮੂਲ ਮੰਤਰ ਦੀ ਆਵਾਜ਼ ਆਈ, ਮਿਟ ਗਏ ਹਰਫ ਜੋ ਹੋਣੋ ਤੁਰਕ। ਉਹ ਮਾੜਾ ਕਰਮ ਮਿਟ ਗਿਆ, ਜਿਸ ਕਾਰਨ ਇਹ ਕਾਰਾ ਹੋਇਆ ਕਿ ਭਾਈ ਸ਼ਹਿਬਾਜ਼ ਸਿੰਘ ਦੇ ਮੁਖ ਦੇ ਵਿੱਚੋਂ ਕਬੂਲ ਨਿਕਲ ਗਿਆ। ਭਾਇਓ ਖਾਲਸੋ ਤਿਸ ਕੇ ਮਾਤ। ਹੁਣ ਜਦੋਂ ਕਰਮ ਮਿਟਿਆ, ਭਾਈ ਸ਼ਹਿਬਾਜ਼ ਸਿੰਘ ਦੁਬਾਰਾ ਫਿਰ ਬੁਲੰਦ ਆਵਾਜ਼ ਵਿੱਚ ਕਹਿ ਉੱਠੇ ਕਿ ਨਵਾਬਾ, ਉਹ ਖਾਨੂ ਲਾਹੌਰ ਦੇ ਨਵਾਬ, ਮੇਰੀ ਗੱਲ ਸੁਣ, ਮੈਨੂੰ ਮਰਨਾ ਮਨਜ਼ੂਰ ਹੈ। ਚਰਖੜੀ ਤੇ ਇਹੋ ਜਿਹੇ ਲੱਖਾਂ ਗੇੜੇ ਖਾਣੇ ਮਨਜ਼ੂਰ ਨੇ, ਪਰ ਗੁਰੂ ਨਾਨਕ ਦੀ ਸਿੱਖੀ ਛੱਡਣਾ ਕਦਾਚਿਤ ਮਨਜ਼ੂਰ ਨਹੀਂ। ਜੇ ਮਾਰਨਾ ਭਾਵੇਂ ਲੱਖਾਂ ਵਾਰ ਮਾਰ, ਭਾਵੇਂ ਲੱਖਾਂ ਵਾਰ ਤਸੀਹੇ ਦੇ, ਪਰ ਮੈਂ ਕਦੇ ਗੁਰੂ ਨਾਨਕ ਦੀ ਸਿੱਖੀ ਨਹੀਂ ਛੱਡਾਂਗਾ। ਇਹ ਕਾਰਨ ਹੈ ਵੀ ਸੁਖਮਨੀ ਸਾਹਿਬ ਦੇ ਵਿੱਚ ਬਾਰ-ਬਾਰ ਆਉਂਦਾ ਹੈ ਕਿ ਰੋਜ਼ਾਨਾ ਸੰਗਤ ਵਿੱਚ ਜਾਓ, ਕਿਉਂਕਿ ਸੰਗਤ ਵਿੱਚ ਜਾ ਕੇ ਬਖਸ਼ਿਸ਼ ਵਰਤਦੀ ਹੈ। ਬੱਚੇ ਸੰਗਤ ਵਿੱਚ ਆਉਂਦੇ ਨੇ, ਨਾਮ ਦਾ ਰੰਗ ਚਾੜਦਾ। ਖਾਲਸਾ ਜੀ ਜਿੱਦਾਂ ਆਪਣੇ ਬੱਚਿਆਂ ਨੂੰ ਮਾਪਿਓ ਤਿਆਰ ਕਰਕੇ ਸਕੂਲ ਵਿੱਚ ਭੇਜਦਾ ਹੈ ਨਾ, ਵੀ ਜੀਵਨ ਜਾਚ ਆਵੇ। ਮੈਂ ਬੇਨਤੀ ਕਰਾਂ, ਸਕੂਲ ਵਿੱਚ ਭੇਜੋ, ਕਾਲਜ ਵਿੱਚ ਭੇਜੋ, ਠੀਕ ਹੈ, ਪਰ ਬੱਚਿਆਂ ਨੂੰ ਤਿਆਰ ਕਰਕੇ ਗੁਰੂ ਘਰ ਜ਼ਰੂਰ ਭੇਜੋ, ਕਿਉਂਕਿ ਜਿਹੜੀ ਜੀਵਨ ਜਾਚ ਗੁਰੂ ਘਰ ਤੋਂ ਮਿਲਣੀ ਹੈ, ਉਹ ਕੀਮਤੀ ਤੋਂ ਕੀਮਤੀ ਸਕੂਲ ਕਾਲਜ ਵਿੱਚ ਕਦੇ ਮਿਲ ਨਹੀਂ ਸਕਦੀ। ਤੇ ਜਦੋਂ ਸੰਗਤ ਵਿੱਚ ਆਉਨੇ ਆ, ਸਾਨੂੰ ਰੰਗ ਲੱਗਦਾ ਗੁਰੂ ਨਾਨਕ ਦੀ ਸਿੱਖੀ ਦਾ। ਤੇ ਜਦੋਂ ਗੁਰੂ ਨਾਨਕ ਦੀ ਸਿੱਖੀ ਦਾ ਰੰਗ ਲੱਗਦਾ, ਫਿਰ ਭਾਵੇਂ 18 ਸਾਲ ਦੀ ਉਮਰ ਵਿੱਚ ਚਰਖੜੀ ਤੇ ਚਾੜਿਆ ਜਾਵੇ, ਪਰ ਬੱਚਾ ਕੇਸ ਨਹੀਂ ਕਟਵਾਉਂਦਾ। ਸੋ ਇਹ ਕਿਰਪਾ ਸੰਗਤ ਵਿੱਚ ਆ ਕੇ ਹੁੰਦੀ ਹੈ। ਇਹ ਹੈ ਜਗ ਮੈਂ ਇਹ ਬਾਤ ਵਿਖਿਆ। ਭਾਈ ਰਤਨ ਸਿੰਘ ਭੰਗੂ ਕਹਿੰਦੇ, ਜਗਤ ਦੇ ਵਿੱਚ, ਇਸ ਸੰਸਾਰ ਦੇ ਵਿੱਚ ਡੰਕਾ ਵੱਜ ਰਿਹਾ ਹੈ। ਸੰਤ ਚਾਹੈ ਤੋ ਮੇਟਾ ਲੇਖ। ਕਿ ਜੇ ਅਕਾਲ ਪੁਰਖ ਵਾਹਿਗੁਰੂ ਪਰਮਾਤਮਾ ਤੇ ਪਰਮਾਤਮਾ ਦੇ ਪਿਆਰੇ ਸੰਤ ਮਹਾਤਮਾ ਚਾਹੁਣ ਤੇ ਜੀਵਨ ਦੇ ਲੇਖ ਮਿਟਾ ਸਕਦੇ ਨੇ। ਖਾਲਸਾ ਜੀ ਇਸੇ ਕਰਕੇ ਪੁਰਾਣੇ ਸਮੇਂ ਦੇ ਵਿੱਚ ਅੱਜ ਵੀ ਕਈਆਂ ਦੇ ਉੱਤੇ ਸਤਿਗੁਰਾਂ ਦੀ ਕਿਰਪਾ ਹੈ ਕਿ ਸਤਿਗੁਰਾਂ ਦਾ ਸਤਿਕਾਰ ਹੈ ਤੇ ਸਤਿਗੁਰਾਂ ਦੇ ਪਿਆਰਿਆਂ ਦਾ ਵੀ ਸਤਿਕਾਰ ਹੈ। ਤਾਂ ਹੀ ਰੋਜ਼ ਅਰਦਾਸ ਵਿੱਚ ਕਹਿੰਦੇ, ਸਹੀ ਪਿਆਰੇ ਮੇਲ ਜਿੰਨਾ ਮਿਲਿਆ ਤੇਰਾ ਨਾਮ ਚਿਤਾਵੈ। ਅੱਜ ਕਈ ਇਹ ਗੱਲ ਕਹਿ ਦਿੰਦੇ ਕਿ ਲੋੜ ਹੀ ਨਹੀਂ ਜੀ ਕਿਸੇ ਦੀ, ਸਿੱਧਾ ਗੁਰੂ ਨਾਲ ਜੁੜੋ। ਪਰ ਜੇ ਇਹ ਗੱਲ ਹੁੰਦੀ ਖਾਲਸਾ ਜੀ, ਫਿਰ ਅਰਦਾਸ ਵਿੱਚ ਬਜ਼ੁਰਗਾਂ ਨੂੰ ਲਿਖਣਾ ਨਾ ਪੈਂਦਾ ਵੀ ਸਹੀ ਪਿਆਰੇ ਮੇਲ
ਜਿੰਨਾ ਮਿਲਿਆ ਤੇਰਾ ਨਾਮ ਚਿਤ ਆਵੇ। ਜਿਹੜਾ ਰੱਬ ਤੱਕ ਪਹੁੰਚ ਚੁੱਕਿਆ ਹੈ ਉਹੀ ਰੱਬ ਤੱਕ ਜਾਣ ਦਾ ਰਸਤਾ ਦੱਸ ਸਕਦਾ ਹੈ। ਜਿਹੜਾ ਕੇਵਲ ਲੋਕਾਂ ਸਾਹਮਣੇ ਕਥਾ ਕਹਾਣੀਆਂ ਹੀ ਕਰੀ ਜਾਂਦਾ ਹੈ ਉਹ ਰੱਬ ਤੱਕ ਨਹੀਂ ਪਹੁੰਚਾ ਸਕਦਾ। ਰੱਬ ਤੱਕ ਉਹੀ ਪਹੁੰਚਾਉਂਦਾ ਜਿਹੜਾ ਰੱਬ ਨੂੰ ਜਾ ਕੇ ਮਿਲ ਗਿਆ ਹੋਵੇ। ਖਾਲਸਾ ਜੀ, ਭਗਤ ਕਬੀਰ ਜੀ, ਭਗਤ ਫਰੀਦ ਜੀ, ਭਗਤ ਨਾਮਦੇਵ ਜੀ, ਭਗਤ ਜੈ ਦੇਵ ਜੀ ਰੱਬ ਨਾਲ ਮਿਲੇ ਨੇ। ਤਾਂ ਕਰਕੇ ਭਗਤ ਨਾਮਦੇਵ ਨੇ ਕਿਹਾ ਵੀ ਸਭ ਗੋਬਿੰਦ ਹੈ, ਸਭ ਗੋਬਿੰਦ ਹੈ, ਗੋਬਿੰਦ ਬਿਨ ਨਹੀਂ ਕੋਏ, ਗੋਬਿੰਦ ਤੋਂ ਬਿਨਾ ਕੋਈ ਵੀ ਨਹੀਂ। ਇਹ ਜਿੰਨੇ ਵੇਖਿਆ ਉਹਨੇ ਕਿਹਾ, ਤੇ ਜਿੰਨੇ ਰੱਬ ਨੂੰ ਵੇਖਿਆ ਹੀ ਨਹੀਂ ਉਹ ਕਹਿੰਦਾ ਵੀ ਰੱਬ ਹੈ ਹੀ ਨਹੀਂ। ਕੁਦਰਤੀ ਰੱਬ ਹੈ, ਪਰ ਕੁਦਰਤ ਰੱਬ ਨਹੀਂ, ਕੁਦਰਤ ਨੂੰ ਬਣਾਉਣ ਵਾਲਾ ਰੱਬ ਹੈ, ਕਰਤਾ ਪੁਰਖ ਰੱਬ ਹੈ। ਸੋ ਇਸ ਕਰਕੇ ਭਾਈ ਰਤਨ ਸਿੰਘ ਭੰਗੂ ਕਹਿੰਦੇ ਹਰ ਹਰ ਜਨ ਦੁਈ ਏਕ ਹੈ, ਬੇਵਿਚਾਰ ਕਿਛ ਨਾਹੇ। ਇਸ ਪੰਕਤੀ ਤੇ ਪਹਿਰਾ ਦਿਓ। ਜਿੰਨਾ ਸਤਿਕਾਰ ਰੱਬ ਦਾ ਉਹਨਾਂ ਰੱਬ ਦੇ ਪਿਆਰਿਆਂ ਦਾ ਵੀ ਕਰੋ, ਕਿਉਂਕਿ ਰੱਬ ਦੇ ਪਿਆਰਿਆਂ ਨੂੰ ਰੱਬ ਨੇ ਇਹ ਤਾਕਤ ਦਿੱਤੀ ਹੈ, ਉਹ ਜੀਵਨ ਦੇ ਮਾੜੇ ਕਰਮ ਮਿਟਾ ਸਕਦੇ ਨੇ। ਸੰਤ ਰੇਖ ਮੈਂ ਮਾਰੈ ਮੇਖ, ਕਿਉਂਕਿ ਸੰਤ ਨਿਗਾਹ ਭਰ ਕੇ ਕਿਸੇ ਦੇ ਮਾੜੇ ਕਰਮਾਂ ਨੂੰ ਵੇਖ ਵੀ ਲਵੇ ਤੇ ਸੰਤ ਇੱਕ ਨਿਗਾਹ ਦੇ ਨਾਲ ਇਨਸਾਨ ਦੇ ਮਾੜੇ ਕਰਮ ਮਿਟਾ ਦਿੰਦਾ ਹੈ। ਦੋਹਰਾ ਤਬ ਨਵਾਬ ਨੇ ਦੇਖਿਓ ਐਸੋ ਕਰਤ ਖਿਆਲ। ਕਹਿੰਦੇ ਫਿਰ ਨਵਾਬ ਨੇ ਜਦੋਂ ਵੇਖਿਆ ਵੀ ਡੋਲਦੇ ਨਹੀਂ ਤੇ ਮਨ ਵਿੱਚ ਸੋਚਣ ਲੱਗਾ, ਯਹ ਕਿਆ ਕੀਓ ਸੁਬੇਗ ਸਿੰਘ, ਪੱਗ ਲਾਏ ਮਸਤਕ ਨਾਲ। ਕਹਿੰਦਾ ਸੁਬੇਗ ਸਿਆ ਇਹਦੇ ਮੱਥੇ ਨਾਲ ਲਾ ਕੇ ਤੂੰ ਕੀ ਜਾਦੂ ਕਰ ਦਿੱਤਾ। ਚੌਪਈ ਸੁਬੇਗ ਸਿੰਘ ਤਬ ਐਸੀ ਉਚਾਰੇ, ਤੇ ਭਾਈ ਸੁਬੇਗ ਸਿੰਘ ਹੱਸ ਕੇ ਕਹਿਣ ਲੱਗੇ, ਮੇਟਿਓ ਲੇਖ ਜੋ ਲਿਖਾ ਲਿਲਾਰੇ। ਨਵਾਬਾ, ਮੈਂ ਗੁਰੂ ਰਾਮਦਾਸ ਦੇ ਘਰ ਦੀ ਧੂੜੀ ਲਾ ਕਰਕੇ ਮਾੜਾ ਕਰਮ ਮਿਟਾ ਦਿੱਤਾ ਹੈ। ਨਵਾਬ ਕਹੀ ਇਹ ਝੂਠੀ ਗੱਲ, ਤੇ ਨਵਾਬ ਕਹਿੰਦਾ ਮੈਨੂੰ ਤੇਰੀ ਗੱਲ ਝੂਠੀ ਜਾਪਦੀ ਹੈ। ਸਿੰਘ ਕਹੀ ਪੁੱਛ ਲੜਕੇ ਚੱਲ। ਭਾਈ ਸੁਬੇਗ ਸਿੰਘ ਕਹਿੰਦੇ ਆ ਸ਼ਹਿਬਾਜ਼ ਸਿੰਘ ਤੇਰੇ ਸਾਹਮਣੇ ਹੈ, ਦੁਬਾਰਾ ਫਿਰ ਇੱਕ ਵਾਰ ਪੁੱਛ ਲੈ। ਤਬ ਨਵਾਬ ਉੱਠ ਲੜਕਾ ਟੋਹਾ, ਤੇ ਨਵਾਬ ਨੇ ਦੁਬਾਰਾ ਫਿਰ ਸ਼ਹਿਬਾਜ਼ ਸਿੰਘ ਨੂੰ ਟੋਇਆ। ਦੁਬਾਰਾ ਫਿਰ ਪੁੱਛਦਾ ਵੀ ਸਿੱਖੀ ਛੱਡਣੀ ਹੈ ਕਿ ਨਹੀਂ ਛੱਡਣੀ। ਲੜਕੇ ਕੋ ਕਛ ਲੱਗੇ ਨਾ ਮੋਹਾ, ਤੇ ਕਹਿੰਦੇ ਭਾਈ ਸ਼ਹਿਬਾਜ਼ ਸਿੰਘ ਗੱਜ ਕੇ ਕਹਿੰਦਾ ਮਰਨਾ ਮਨਜ਼ੂਰ ਹੈ ਪਰ ਸਿੱਖੀ ਛੱਡਣਾ ਮਨਜ਼ੂਰ ਨਹੀਂ। ਹੋਏ ਲੜਕੇ ਤੂੰ ਮੁਸਲਮਾਨ, ਤੇ ਨਵਾਬ ਕਹਿੰਦਾ ਬੇਟਾ ਤੂੰ ਮੁਸਲਮਾਨ ਹੋ, ਮੈਂ ਤੇਰੀ ਜ਼ਿੰਦਗੀ ਬਖਸ਼ ਦਿਆਂਗਾ, ਤੈਨੂੰ ਜਗੀਰਾਂ ਦੇ ਦਿਆਂਗਾ। ਕਲਮਾ ਪੜੋ ਤੋਂ ਛੋੜਿਆ ਪ੍ਰਾਣ, ਕਲਮਾ ਪੜ ਲੈ ਮੈਂ ਤੇਰੀ ਜ਼ਿੰਦਗੀ ਤੈਨੂੰ ਵਾਪਸ ਕਰ ਦਿਆਂਗਾ। ਤਬ ਲੜਕੇ ਨੇ ਬਚਨ ਉਚਾਰਾ, ਤੇ ਭਾਈ ਸ਼ਹਿਬਾਜ਼ ਸਿੰਘ ਅੱਗੋਂ ਕਹਿਣ ਲੱਗੇ, ਆਪਣਾ ਕਲਮਾ ਹਮੈ ਪਿਆਰਾ। ਭਾਈ ਸ਼ਹਿਬਾਜ਼ ਸਿੰਘ ਕਹਿੰਦੇ ਉਹ ਨਵਾਬਾ ਮੈਨੂੰ ਵੀ ਕਲਮਾ ਪਿਆਰੀਆਂ, ਪਰ ਮੈਨੂੰ ਕਲਮਾ ਪਿਆਰੀਆਂ ਮੰਤਰਾਂ ਦਾ ਮਹਾ ਮੰਤਰ, ਮੂਲ ਮੰਤਰ ਗੁਰੂ ਨਾਨਕ ਦਾ ਦਿੱਤਾ ਮੂਲ ਮੰਤਰ ਮੈਨੂੰ ਜਾਣ ਤੋਂ ਵੀ ਪਿਆਰਾ ਹੈ। ਸਤਨਾਮ ਜੋ ਗੁਰ ਤੇ ਲਿਆ, ਜੋ ਸਾਨੂੰ ਗੁਰੂ ਨਾਨਕ ਸਾਹਿਬ ਨੇ ਸਤਨਾਮ ਵਾਹਿਗੁਰੂ ਦਾ ਉਪਦੇਸ਼ ਦਿੱਤਾ ਹੈ। ਵਾਹਿਗੁਰੂ ਗੁਰੂ ਕਲਮਾ ਦੀਆ, ਬਸ ਮੈਂ ਉਹ ਵਾਹਿਗੁਰੂ ਗੁਰੂ ਮੰਤਰ ਦੀਆਂ ਕਲਮਾਂ ਹੀ ਪੜਾਂਗਾ। ਤਬ ਨਵਾਬ ਮਨ ਆਇਓ ਰੋਸ, ਤੇ ਨਵਾਬ ਦੇ ਮਨ ਵਿੱਚ ਫਿਰ ਗੁੱਸਾ ਆਇਆ। ਮਾਰੋ ਲੜਕੇ ਕੋ ਕਰ ਜੋਸ਼, ਕਹਿੰਦਾ ਇਹਦੀਆਂ ਲੱਤਾਂ ਤੋਂ ਖਿੱਚ ਕੇ ਇਹਦਾ ਸਰੀਰ ਪਾੜ ਦਿਓ ਜੇ ਦੀਨੇ ਮਜਬ ਕਬੂਲ ਨਹੀਂ ਕਰਦਾ। ਆਗੇ ਤੇ ਚੌਗੁਣ ਦੁੱਖ ਦੀਆ, ਖਾਲਸਾ ਜੀ, ਨਵਾਬ ਦੇ ਕਹਿਣ ਤੋਂ ਬਾਅਦ ਪਹਿਲਾਂ ਨਾਲੋਂ 4 ਗੁਣਾ ਵੱਧ ਦੁੱਖ ਭਾਈ ਸ਼ਹਿਬਾਜ਼ ਸਿੰਘ ਭਾਈ ਸੁਬੇਗ ਸਿੰਘ ਨੂੰ ਦੇਣ ਲੱਗ ਪਏ। ਲੜਕੇ ਕੇ ਚਿਤ ਸੁਖ ਸੋਥੀਆ, ਪਰ ਭਾਈ ਸੁਬੇਗ ਸਿੰਘ ਭਾਈ ਸ਼ਹਿਬਾਜ਼ ਸਿੰਘ ਉਹ ਆਨੰਦ ਵਿੱਚ ਨੇ, ਕਿਉਂਕਿ ਉਹਨਾਂ ਨੂੰ ਗੁਰੂ ਨਾਨਕ ਦੇ ਦਿੱਤੇ ਆਨੰਦ ਦੀ ਪ੍ਰਾਪਤੀ ਹੋਈ ਹੈ। ਜਿਮ ਪ੍ਰਹਲਾਦ ਨ ਮਾਨਿਓ ਦੁੱਖ, ਜਿਸ ਤਰ੍ਹਾਂ ਭਗਤ ਪ੍ਰਹਿਲਾਦ ਨੇ ਦੁੱਖ ਨਹੀਂ ਮੰਨਿਆ, ਉਸੇ ਤਰ੍ਹਾਂ ਅੱਜ ਇਹ ਵੀ ਦੋਵੇਂ ਗੁਰੂ ਕੇ ਸਿੱਖ ਦੁੱਖ ਨਹੀਂ ਮੰਨਦੇ। ਤੈਸੇ ਬਾਲਕ ਲਾਗੇ ਸੁਖ, ਉਸੇ ਤਰ੍ਹਾਂ ਕਹਿੰਦੇ ਇਹਨਾਂ ਨੂੰ ਸੁੱਖ ਜਾਪਦਾ ਹੈ। ਜਿਉਂ ਜਿਉਂ ਬਾਲ ਕੇ ਚੋਟਾਂ ਲਾਵੇ, ਹੁਣ ਖਾਲਸਾ ਜੀ ਜਿਵੇਂ ਭਾਈ ਸ਼ਹਿਬਾਜ਼ ਸਿੰਘ ਨੂੰ ਸੱਟ ਪਹੁੰਚਾਉਂਦੇ ਨੇ, ਤਿਮ ਤਿਮ ਲੜਕੇ ਸੁਖ ਸੋ ਪਾ ਭਾਵੈ। ਤੇ ਭਾਈ ਸ਼ਹਿਬਾਜ਼ ਸਿੰਘ ਉਹਨਾਂ ਖਿੜਖੜਾ ਕੇ ਹੱਸ ਕੇ ਮੁਖ ਦੇ ਵਿੱਚੋਂ ਕਹਿੰਦੇ ਵਾਹਿਗੁਰੂ
ਤੇਰਾ ਸਭ ਸਦਕਾ। ਮਾਰਤ ਮਾਰਤ ਵੈ ਥੱਕ ਗਏ, ਕਹਿੰਦੇ ਨਵਾਬ ਦੇ ਚੰਡਾਲ ਵੀ ਮਾਰਦੇ ਮਾਰਦੇ ਅਖੀਰ ਥੱਕ ਗਏ, ਯਤਨ ਤਨਾ ਕੇ ਸਭ ਮੁੱਕ ਗਏ। ਤੇ ਤਸੀਹੇ ਦੇਣ ਵਾਲੇ ਸਾਰੇ ਯਤਨ ਖਤਮ ਹੋ ਗਏ। ਤਬ ਨਵਾਬ ਕੇ ਇਹ ਚਿਤ ਆਈ, ਤੇ ਨਵਾਬ ਨੇ ਮਨ ਵਿੱਚ ਸੋਚਿਆ ਜਾਦੂ ਕੀਨ ਜੁਗਤ ਲਗਾਈ। ਕਿ ਇਸ ਨੇ ਕੋਈ ਨਾ ਕੋਈ ਜਾਦੂ ਆਪਣੇ ਪੁੱਤਰ ਦੇ ਉੱਤੇ ਕਰ ਦਿੱਤਾ ਹੈ। ਕਾਜੀ ਮੁੱਲਾ ਲਏ ਮੰਗਾਈ, ਨਵਾਬ ਨੇ ਸਾਰੇ ਕਾਜੀ, ਮੁੱਲਾ, ਪੀਰ, ਫਕੀਰ, ਚੌਂਕੀਆਂ ਭਰਨ ਵਾਲੇ ਸਾਰੇ ਬਾਬੇ ਬੁਲਾ ਲਏ। ਜਾਂ ਕੋ ਜਾਦੂ ਦੇਹੋ ਹਟਾਈ, ਕਹਿੰਦਾ ਆਪਣੇ ਪੀਰਾਂ ਫਕੀਰਾਂ ਨੂੰ, ਕਹਿੰਦਾ ਇਹਨੇ ਕੀਤਾ ਕੋਈ ਜਾਦੂ, ਇਹਦਾ ਹੁਣ ਜਾਦੂ ਤੁਸੀਂ ਕਲਮਾ ਪੜ੍ਹ ਕੇ ਟੂਣੇ ਕਰਕੇ ਇਹਦਾ ਜਾਦੂ ਹਟਾ ਦਿਓ। ਕਲਾਮ ਇਲਮ ਕੁਛ ਲਾਵੋ ਤਾਣ, ਕੋਈ ਕਲਾਮ ਪੜੋ, ਕੋਈ ਕਾਲਾ ਇਲਮ ਪੜੋ, ਕਾਲੀ ਇਲਮ ਪੜ੍ਹ ਕੇ ਇਹਦੇ ਉੱਤੇ ਟੂਣਾ ਕਰੋ ਵੀ ਮੇਰੀ ਗੱਲ ਮੰਨ ਲਵੇ। ਜਾਂ ਤੇ ਹੋਵੈ ਮੁਸਲਮਾਨ, ਤੁਹਾਡੀਆਂ ਇਲਮਾਂ ਦਾ ਨਾਲ ਜੇ ਮੁਸਲਮਾਨ ਹੋ ਗਿਆ ਤੁਹਾਨੂੰ ਮਾਇਆ ਨਾਲ ਤੋਲ ਦਿਆਂਗਾ। ਦੋਹਰਾ ਜੇਤੇ ਇਲਮ ਕਲਾਮ ਕੇ ਕਰਤ ਗਏ ਸਭ ਹਾਰ। ਹੁਣ ਸਾਰੇ ਹੀ ਬਾਬੇ ਪੀਰ ਫਕੀਰ ਲਾਗੇ ਜ਼ੋਰ ਸ਼ੋਰ ਨਾਲ ਕਲਮਾ ਪੜਨ, ਪਰ ਉਧਰ ਗੁਰੂ ਨਾਨਕ ਦਾ ਦਿੱਤਾ ਮੂਲ ਮੰਤਰ, ਤੇ ਜਿੱਥੇ ਗੁਰੂ ਨਾਨਕ ਸਾਹਿਬ ਦੇ ਦਿੱਤੇ ਮੂਲ ਮੰਤਰ ਦਾ ਜਾਪ ਹੋਵੇ, ਜਿੱਥੇ ਖਾਲਸਾ ਜੀ ਗੁਰੂ ਨਾਨਕ ਦੇ ਦਿੱਤੇ ਜਪਜੀ ਸਾਹਿਬ ਦਾ ਜਾਪ ਹੋਵੇ, ਉੱਥੇ ਦੁਨੀਆ ਦੇ ਜਾਦੂ ਟੂਣੇ ਨਹੀਂ ਚੱਲਦੇ। ਪਰ ਇਹ ਤਰਾਸਦੀ ਹੈ ਵੀ ਕਈ ਅਜੇ ਵੀ ਭੱਜੇ ਫਿਰਦੇ। ਮੈਂ ਜਿਵੇਂ ਪਹਿਲਾਂ ਵੀ ਇੱਕ ਵਾਰ ਬੇਨਤੀ ਕੀਤੀ ਵੀ ਉਹ ਕਈ ਕਹਿੰਦੇ ਨੱਗ ਪਾਲੋ ਮਨ ਸ਼ਾਂਤ ਹੋ ਜਾਂਦਾ, ਜਿਹਦੀ ਜੇਬ ਵਿੱਚੋਂ 5-7 ਹਜ਼ਾਰ ਲੱਗ ਜੇ ਮਨ ਉਂਝ ਹੀ ਸ਼ਾਂਤ ਹੋ ਜਾਂਦਾ। ਤੇ ਜਿਹੜੇ ਜਾਦੂ ਟੂਣਿਆਂ ਵੱਲ ਭੱਜੀ ਫਿਰਦੇ ਉਹਨਾਂ ਨੂੰ ਚੇਤੇ ਰੱਖਣਾ ਚਾਹੀਦਾ ਹੈ ਕਿ ਜਪਜੀ ਸਾਹਿਬ ਜਿੱਥੇ ਹੋਵੇ, ਜਿੱਥੇ ਮੂਲ ਮੰਤਰ ਹੋਵੇ, ਖਾਲਸਾ ਜੀ ਉੱਥੇ ਦਰ-ਦਰ ਤੇ ਭਟਕਣ ਦੀ ਲੋੜ ਨਹੀਂ ਪੈਂਦੀ। ਗੁਰੂ ਨਾਨਕ ਸਾਹਿਬ ਘਰੇ ਬੈਠਿਆਂ ਹੀ ਦਾਤ ਝੋਲੀ ਵਿੱਚ ਪਾ ਦਿੰਦੇ ਨੇ। ਕੁਛ ਨਹਿ ਲਾਗੇ ਖਾਲਸੇ ਹੋਏ ਕਰਤ ਖੁਆਰ, ਕਿਉਂਕਿ ਜਿਹੜਾ ਗੁਰੂ ਦਾ ਖਾਲਸਾ, ਖਾਲਸੇ ਉੱਤੇ ਕੋਈ ਟੂਣੇ ਮੰਤਰ ਨਹੀਂ ਚੱਲਦੇ। ਜੋ ਪਈ ਨਵਾਬ ਗਇਓ ਥੱਕ ਦੁੱਖ ਕੋ ਦੇ, ਨਵਾਬ ਵੀ ਥੱਕ ਗਿਆ ਦੁੱਖ ਦਿੰਦੇ ਦਿੰਦੇ, ਪਾਇਓ ਨਾਹੀ ਤਿੰਨ ਗੁਰ ਭੇਤ। ਪਰ ਖਾਲਸਾ ਜੀ ਗੁਰੂ ਨਾਨਕ ਦੀ ਇਸ ਕਰਾਮਾਤ ਦਾ ਭੇਤ ਨਾ ਆਇਆ ਕਿ ਪਤਾ ਨਹੀਂ ਕਲਗੀਆਂ ਵਾਲੇ ਅੰਮ੍ਰਿਤ ਦੇ ਚੂਲਿਆਂ ਵਿੱਚ ਕੀ ਭਰ ਗਏ ਵੀ ਇਹ ਮਰਨਾ ਮਨਜ਼ੂਰ ਕਰਦੇ ਪਰ ਸਿੱਖੀ ਛੱਡਣਾ ਮਨਜ਼ੂਰ ਨਹੀਂ ਕਰਦੇ। ਤਬ ਨਵਾਬ ਨੇ ਦੋ ਮੰਗਾਏ, ਨਵਾਬ ਨੇ ਫਿਰ ਦੋਵੇਂ ਭਾਈ ਸੁਬੇਗ ਸਿੰਘ, ਭਾਈ ਸ਼ਹਿਬਾਜ਼ ਸਿੰਘ ਨੂੰ ਆਪਣੇ ਸਾਹਮਣੇ ਬੁਲਾਇਆ। ਦੁੱਖ ਦੇਣ ਤੇ ਲੋਕ ਹਟਾਏ, ਕਹਿੰਦਾ ਇਹਨਾਂ ਨੂੰ ਹੁਣ ਤਸੀਹੇ ਦੇਣੇ ਬੰਦ ਕਰ ਦਿਓ। ਬੰਦੀ ਖਾਨੇ ਦਏ ਪਹੁੰਚਾਏ, ਬੰਦੀ ਖਾਨੇ ਵਿੱਚ ਲਿਜਾ ਕਰਕੇ ਗਰਦਨਾਂ ਤੇ ਖੰਜਰ ਚਲਾ ਕੇ ਜ਼ਿਬਹਾ ਕਰਕੇ ਇਹਨਾਂ ਦੀ ਜ਼ਿੰਦਗੀ ਖਿੱਚ ਲਓ, ਇਹਨਾਂ ਨੂੰ ਮੌਤ ਦੇ ਘਾਟ ਉਤਾਰ ਦਿਓ। ਰਤਨ ਸਿੰਘ ਸੁਣ ਲਿਖਿਓ ਬਣਾਏ, ਭਾਈ ਰਤਨ ਸਿੰਘ ਭੰਗੂ ਕਹਿੰਦੇ ਇਹ ਗੁਰੂ ਕੇ ਲਾਲਾਂ ਦੀ ਸਾਖੀ, ਦੋਵੇਂ ਪਿਓ ਪੁੱਤਰ ਤਸੀਹੇ ਖਾ ਖਾ ਕੇ ਵੀ, ਇੰਨੇ ਦੁੱਖ ਸਹਿ ਕੇ ਵੀ ਗੁਰੂ ਨਾਨਕ ਦੀ ਸਿੱਖੀ ਨਹੀਂ ਛੱਡਦੇ। ਉਹਨਾਂ ਨੂੰ ਮੇਰੀ ਨਮਸਕਾਰ ਹੈ। ਭਾਈ ਰਤਨ ਸਿੰਘ ਕਹਿੰਦੇ ਜੋ ਮੈਂ ਸੁਣਿਆ ਉਹਨਾਂ ਸ਼ਹੀਦਾਂ ਬਾਰੇ ਮੈਂ ਦੱਸ ਦਿੱਤਾ ਹੈ। ਸੁਬੇਗ ਸਿੰਘ ਗੁਰ ਪਤ ਰੱਖ ਲਈ, ਕਿ ਭਾਈ ਸੁਬੇਗ ਸਿੰਘ ਤੇ ਉਹਦੇ ਪੁੱਤਰ ਦੀ ਪੱਤ ਗੁਰੂ ਨੇ ਰੱਖ ਲਈ, ਤੇ ਉਹਨਾਂ ਦੋਵੇਂ ਗੁਰੂ ਕੇ ਸਿੱਖਾਂ ਨੇ ਗੁਰੂ ਨਾਨਕ ਦੀ ਸਿੱਖੀ ਰੱਖ ਲਈ। ਸੁਬੇਗ ਸਿੰਘ ਆਉ ਸਾਖੀ ਪਈ, ਇਹ ਭਾਈ ਸਾਹਿਬ ਭਾਈ ਸੁਬੇਗ ਸਿੰਘ, ਭਾਈ ਸ਼ਹਿਬਾਜ਼ ਸਿੰਘ ਦੀ ਸ਼ਹਾਦਤ ਦੀ ਸਾਖੀ ਹੈ। ਦੋਹਰਾ 1800 ਦੜੋਤਰੇ ਸਾਲ ਸੋ ਬਿਕਰਮ ਰਾਏ। 1800 ਤੋਂ ਭਾਵ 1802 ਸੰਮਤ ਦੀ ਇਹ ਗੱਲ ਹੈ ਜਦੋਂ ਇਹ ਸ਼ਹਾਦਤ ਹੋਈ। ਸੁਬੇਗ ਸਿੰਘ ਸਾਖੀ ਭਾਈ ਸੁਨੋ ਸੰਤ ਮਨ ਲਾਏ। ਇਹ ਭਾਈ ਸੁਬੇਗ ਸਿੰਘ, ਭਾਈ ਸ਼ਹਿਬਾਜ਼ ਸਿੰਘ ਦੀ ਸਾਖੀ ਗੁਰੂ ਕੇ ਸਿੱਖੋ ਆਪਣੇ ਬੱਚਿਆਂ ਨੂੰ ਘਰ ਦੇ ਵਿੱਚ ਰੋਜ਼ਾਨਾ ਸੁਣਾਇਆ ਕਰੋ ਕਿ ਮਰਨਾ ਵੀ ਪੈ ਜਾਵੇ ਪਰ ਕਦੇ ਕੇਸ ਨਾ ਕਟਵਾਇਓ। ਜੇ ਆਪਣੇ ਬੱਚਿਆਂ ਨੂੰ ਇਹਨਾਂ ਸ਼ਹੀਦਾਂ ਦੀ ਸਾਖੀਆਂ ਸੁਣਾਓਗੇ, ਚੇਤੇ ਰੱਖਿਓ ਤੁਹਾਡੇ ਬੱਚਿਆਂ ਦੇ ਨਾਲ ਸ਼ਹੀਦ ਸਿੰਘ ਖੁਦ ਪਹਿਰਾ ਦੇਣਗੇ। ਚਾਉ ਭਾਈ ਸਾਖੀ ਸੁਣੀ ਮੈਂ ਆਪਣੇ ਤਾਤ। ਭਾਈ ਸੁਬੇਗ ਸਿੰਘ ਕਹਿੰਦੇ ਮੈਂ ਆਪਣੇ ਪਿਤਾ ਤੋਂ ਇਹ ਸਾਖੀ ਸੁਣੀ ਹੈ, ਤੈਸੇ ਲਿਖੀ ਰਤਨ ਸਿੰਘ ਬਾਤ। ਤੇ ਜਿਵੇਂ ਸੁਣੀ ਹੈ ਉਸੇ ਤਰ੍ਹਾਂ ਲਿਖ ਦਿੱਤੀ ਹੈ। ਜੇਤੀ ਸੁਣੀ ਤੇਤੀ ਹਮ ਕਹੀ, ਜਿਸ ਤਰ੍ਹਾਂ ਸੁਣੀ ਉਸੇ ਤਰ੍ਹਾਂ ਲਿਖੀ, ਕੁਝ ਵੀ ਆਪਣੇ ਵੱਲੋਂ ਨਹੀਂ ਵਧਾਇਆ। ਆਗੇ ਔਰ ਸੁਨੋ ਗਤ ਨਹੀਂ। ਹੁਣ ਅੱਗੇ ਹੋਰ ਗੁਰੂ ਕੇ ਸ਼ਹੀਦਾਂ ਦੀ ਮੈਂ ਸਾਖੀ ਸੁਣਾਵਾਂਗਾ। ਕੱਲ ਨੂੰ ਭਾਈ ਤਾਰੂ ਸਿੰਘ ਜੀ, ਉਹਨਾਂ ਦਾ ਇਤਿਹਾਸ ਆਰੰਭ ਹੋਵੇਗਾ, ਉੱਥੇ ਵੀ ਆਪ ਸਭ ਨੇ ਹਾਜ਼ਰੀ ਭਰਨੀ ਤੇ ਅਰਦਾਸ ਕਰਨੀ। ਕਿਉਂਕਿ ਵੇਖੋ ਖਾਲਸਾ ਜੀ ਸੰਗਤ ਦੇ ਸਾਹਮਣੇ ਬਹਿ ਕਰਕੇ ਸ਼ਹੀਦਾਂ ਦੀਆਂ ਸਾਖੀਆਂ ਸੁਣਾਉਣੀਆਂ ਵੀ ਬਹੁਤ ਸੌਖੀਆਂ,
ਤੇ ਸੰਗਤ ਵਿੱਚ ਬਹਿ ਕਰਕੇ ਸ਼ਹੀਦਾਂ ਦੀਆਂ ਸਾਖੀਆਂ ਸੁਣਨੀਆਂ ਵੀ ਬਹੁਤ ਸੌਖੀਆਂ, ਪਰ ਸਿੱਖੀ ਸਿਦਕ ਨਿਭਾਉਣਾ ਤੇ ਸਿੱਖੀ ਕੇਸਾਂ ਸਵਾਸਾਂ ਸੰਗ ਨਿਭਾਉਣੀ ਬਹੁਤ ਔਖੀ ਹੈ। ਇਸ ਕਰਕੇ ਮੇਰੀ ਤੁਹਾਡੇ ਸਾਰਿਆਂ ਦੇ ਚਰਨਾਂ ਵਿੱਚ ਬੇਨਤੀ ਹੈ, ਬਾਬਾ ਹਰਨਾਮ ਸਿੰਘ ਰਾਮਪੁਰ ਖੇੜੇ ਵਾਲੇ ਮਹਾਂਪੁਰਖ ਇੱਕ ਗੱਲ ਜ਼ਰੂਰ ਕਿਹਾ ਕਰਦੇ ਸੀ ਵੀ ਆਪਣੇ ਨਿਤਨੇਮ ਤੋਂ ਅਲੱਗਾ 10 ਪਾਠ ਚੌਪਈ ਸਾਹਿਬ ਦੇ ਕਰਕੇ ਨਾ ਇੱਕ ਅਰਦਾਸ ਕਰਿਆ ਕਰੋ ਕਿ ਬਾਬਾ ਸਾਨੂੰ ਸਿੱਖੀ ਨਿਭਾਉਣ ਦਾ ਬਲ ਬਖਸ਼ੀ। ਜੇ ਨੇਮ ਹੋਵੇ, ਬੰਦਗੀ ਹੋਵੇ ਨਾ, ਤਾਂ ਸਿੱਖੀ ਨਿਭਾਈ ਜਾਂਦੀ ਹੈ, ਪਹਿਰਾਵੇ ਨਾਲ ਤੇ ਗੱਲਾਂ ਬਾਤਾਂ ਨਾਲ ਨਹੀਂ ਨਿਭਾਈ ਜਾਂਦੀ। ਤੇ ਅਰਦਾਸ ਰੋਜ਼ਾਨਾ ਬਾਣੀ ਪੜ੍ਹ ਕੇ ਕਰਿਆ ਕਰੋ ਕਿ ਪਾਤਸ਼ਾਹ ਸਿੱਖਾਂ ਨੂੰ ਸਿੱਖੀ ਦਾਨ, ਕੇਸ ਦਾਨ, ਰਹਿਤ ਦਾਨ, ਵਿਵੇਕ ਦਾਨ, ਵਿਸਾਹ ਦਾਨ, ਭਰੋਸਾ ਦਾਨ, ਦਾਨਾ ਸਿਰਦਾਨ, ਨਾਮ ਦਾਨ ਤੇ ਸ੍ਰੀ ਅੰਮ੍ਰਿਤਸਰ ਸਾਹਿਬ ਦੇ ਦਰਸ਼ਨ ਇਸ਼ਨਾਨ। ਜਿਹਦੇ ਕੋਲ ਰਹਿਤ ਹੈ, ਜਿਹਦੇ ਕੋਲ ਨਾਮ ਦੀ ਦਾਤ ਹੈ, ਭਜਨ ਬੰਦਗੀ ਦੀ ਦਾਤ ਹੈ, ਜਿਹਦੇ ਘਰ ਵਿੱਚ ਜਪਜੀ ਸਾਹਿਬ ਦਾ ਪਾਠ ਰੋਜ਼ ਹੁੰਦਾ ਹੈ ਨਾ, ਸੱਚ ਹੈ ਉਹਦੇ ਘਰ ਵਿੱਚ ਗੁਰੂ ਨਾਨਕ ਸਾਹਿਬ ਖੁਦ ਚੌਂਕੜਾ ਲਾ ਕੇ ਬਹਿ ਜਾਂਦੇ ਨੇ। ਜਿਹਦੇ ਘਰ 'ਚ ਰੋਜ਼ ਜਾਪ ਸਾਹਿਬ ਹੁੰਦਾ ਹੈ, ਉਹਦੇ ਘਰ ਵਿੱਚ ਰੋਜ਼ ਕਲਗੀਆਂ ਵਾਲੇ ਚੌਂਕੜਾ ਲਾ ਕੇ ਬੈਠ ਜਾਂਦੇ ਨੇ। ਇਸ ਕਰਕੇ ਖਾਲਸਾ ਜੀ, ਜੋ ਮਰਜ਼ੀ ਹੋਵੇ ਪਰ ਕਦੇ ਨਿਤਨੇਮ ਨਾ ਛੱਡੋ, ਨਿਤਨੇਮ ਜ਼ਰੂਰ ਕਰੋ, ਬਾਣੀ ਦੇ ਅਭਿਆਸੀ ਜ਼ਰੂਰ ਹੋਵੋ। ਇਤਨੀਆਂ ਬੇਨਤੀਆਂ ਪ੍ਰਵਾਨ ਕਰਨੀਆਂ। ਆਓ ਧੰਨ ਗੁਰੂ ਗੋਬਿੰਦ ਸਿੰਘ ਨੂੰ ਹਾਜ਼ਰ ਜਾਣ ਕੇ ਸ਼ਬਦ ਦਾ ਜਾਪ ਕਰਕੇ ਫਤਿਹ ਦੀ ਸਾਂਝ ਪਾਈਏ, ਤਰਲਾ ਪਾਈਏ ਬਾਪੂ ਦੇ ਚਰਨਾਂ 'ਚ, ਪਾਤਸ਼ਾਹ ਸਿੱਖੀ ਨਿਭਾਉਣ ਦਾ ਬਲ ਬਖਸ਼ਿਓ। ਹੇ ਅਚੁੱਤ ਹੇ ਪਾਰ ਬ੍ਰਹਮ ਅਬਿਨਾਸੀ ਅਗਨਾਸ, ਹੇ ਪੂਰਨ ਹੇ ਸਰਬ ਮੈਂ ਦੁਖ ਭੰਜਨ ਗੁਣ ਤਾਸ, ਹੇ ਸੰਗੀ ਹੇ ਨਿਰੰਕਾਰ, ਹੇ ਨਿਰਗੁਣ ਸਭ ਟੇਕ, ਹੇ ਗੋਬਿੰਦ ਹੇ ਗੁਣ ਨਿਧਾਨ, ਜਾ ਕੈ ਸਦਾ ਵਿਵੇਕ, ਹੇ ਅਪਰੰਪਰ ਹਰ ਹਰੇ ਹੈ ਪੀ ਹੋਵਨ, ਹੇ ਸੰਤ ਕੇ ਸਦਾ ਸੰਗ ਨਿਧਾਰਾ, ਹੇ ਠਾਕੁਰ ਹੋਂ ਦਾਸ ਰੂ ਮੈਂ ਨਿਰਗੁਣ ਗੁਣ ਨਹੀਂ, ਨਾਨਕ ਦੀਜੈ ਨਾਮ ਦਾਨ ਰਾਖੋ ਹੀਐ, ਆਏ ਪ੍ਰਭ ਸਰਣਾਗਤੀ ਕਿਰਪਾ ਨਿਧ, ਏਕ ਅਖਰ ਹਰ ਮਨ ਬਸਤ ਨਾਨਕ, ਕਥਾ ਨਿਤਾ ਪ੍ਰਤ ਹੋਤ ਹੈ ਸੁਨੋ ਸੁਸਿੰਘ ਸੁਜਾਨ, ਨਾਨਕ ਗੁਰੂ ਗੋਬਿੰਦ ਸਿੰਘ ਜੀ ਸਦਾ ਕਰੈ ਕਲਿਆਣ, ਨਾਨਕ ਗੁਰੂ ਗੋਬਿੰਦ ਸਿੰਘ ਜੀ ਸਦਾ ਕਰੈ ਕਲਿਆਣ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਪਰਮ ਸਨਮਾਨ ਗੁਰੂ ਪਿਆਰੀ ਸਾਧ ਸੰਗਤ ਜੀਓ, ਆਪ ਸੰਗਤਾਂ ਨੂੰ ਬਹੁਤ ਹੀ ਸਤਿਕਾਰਯੋਗ ਗਿਆਨੀ ਸੁਖਜੀਤ ਸਿੰਘ ਕਨ੍ਹਈਆ ਬੁੱਢਾ ਦਲ ਦੇ ਮੁੱਖ ਪ੍ਰਚਾਰਕ ਆਪ ਸੰਗਤਾਂ ਨੂੰ ਗੁਰੂ ਕੇ ਇਤਿਹਾਸ ਦੁਆਰਾ ਜੋੜਨਾ ਕਰ ਰਹੇ ਸੀ। ਗਿਆਨੀ ਜੀ ਦਾ ਸੰਗਤਾਂ ਵੱਲੋਂ